ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ। ਤਾਕੋ ਬਿਗਨ ਨ ਕੋ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। ਇੱਕ ਓੰਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਏ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ 10ਵੀਂ। ਪ੍ਰਥਮ ਭਗਉਤੀ ਸਿਮਰ ਕੈ, ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ, ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ, ਕਰਨੋ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਅੰਮ੍ਰਿਤ ਕੇ ਦਾਤੇ ਜਗਤ ਗੁਰੂ, ਪੰਥ ਦੇ ਵਾਲੀ। ਸਭ ਥਾਈ ਹੋਣਾ ਜੀ ਸਹਾਏ। ਦਸੋਂ ਪਾਤਸ਼ਾਹੀਆਂ ਕੇ ਗਿਆਨ ਸਰੂਪ, ਜਾਗਦੀ ਜੋਤ। ਕਲਯੁਗ ਜੀਵੋਂ ਕੀ ਓਟ, ਬਾਣੀ ਕੇ ਬੋਹਿਥ। ਚਵਰ ਛਤਰ ਤਖਤ ਦੇ ਮਾਲਕ, ਪ੍ਰਤੱਖ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਉਪਦੇਸ਼ ਜੀ ਕਾ ਧਿਆਨ ਧਰ। ਖਾਲਸਾ ਜੀ ਸਾਹਿਬ ਬੋਲੋ ਜੀ। ਸਤਿਗੁਰਾਂ ਦੇ ਪੰਜ ਪਿਆਰੇ, ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਪਿਆਰੇ ਹਿੰਮਤ ਸਿੰਘ ਜੀ, ਪਿਆਰੇ ਮੋਹਕਮ ਸਿੰਘ ਜੀ, ਪਿਆਰੇ ਸਾਹਿਬ ਸਿੰਘ ਜੀ, ਚਾਰ ਸਾਹਿਬਜ਼ਾਦੇ। ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, 40 ਮੁਕਤੇ। ਜਿਨ੍ਹਾਂ ਜਿਨ੍ਹਾਂ ਨੇ ਨਾਮ ਜਪਿਆ, ਵੰਡ ਕੇ ਛਕਿਆ। ਦੇਗ ਚਲਾਈ, ਤੇਗ ਵਾਹੀ, ਦੇਖ ਸੁਣ ਕੇ ਅੰਡਿਠ ਕੀਤਾ, ਭਾਣਾ ਮੰਨਿਆ। ਸਿੱਖੀ ਸਿਦਕ ਕੇਸਾਂ ਸਵਾਸਾਂ ਦੇ ਸਹਿਤ ਨਿਭਾਇਆ। ਤਿਨਾਂ ਤਿਨਾਂ ਗੁਰਮੁਖਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ। ਖਾਲਸਾ ਜੀ ਸਾਹਿਬ ਬੋਲੋ ਜੀ। ਆਦਿ ਸ਼੍ਰੀ ਨਨਕਾਣਾ ਸਾਹਿਬ ਤੋਂ ਲੈ ਕਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਪ੍ਰਯੰਤ ਪੰਜਾਂ ਤਖਤਾਂ, ਸਰਬੱਤ ਗੁਰਧਾਮਾਂ, ਸਮੂਹ ਗੁਰੂ ਕੇ ਝੰਡਿਆਂ, ਬੁੰਗਿਆਂ, ਨਿਸ਼ਾਨਾਂ, ਸਰੋਵਰਾਂ, ਜੋੜ ਮੇਲਿਆਂ ਜੀ ਕੇ ਦਰਸ਼ਨਾਂ ਦੀਦਾਰਾਂ ਦਾ ਧਿਆਨ ਧਰ। ਖਾਲਸਾ ਜੀ ਸਾਹਿਬ ਬੋਲੋ ਜੀ। ਗੁਰਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ। ਧਰਮ ਕਾ ਜੈ ਜੈਕਾਰ। ਖਾਲਸਾ ਜੀ ਸਾਹਿਬ ਬੋਲੋ ਜੀ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਹੇ ਦੀਨ ਦਿਆਲ, ਕਰਨ ਕਾਰਨ, ਪਤਿਤ ਪਾਵਨ, ਭਗਤ ਵਸ਼ਲ, ਕਰੁਣਾ ਨਿਧਾਨ, ਅੰਤਰਜਾਮੀ। ਧੰਨ 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀਓ। ਆਪ ਜੀ ਦੇ ਚਰਨਾਂ ਕਮਲਾਂ ਦੇ ਪਾਸ ਅਰਦਾਸ ਬੇਨਤੀ ਹੈ ਜੀ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ। ਪ੍ਰਵਾਨ ਗਣੀ ਸਈ ਇਹ ਆਏ, ਸਫਲ ਤਿਨਾਂ ਕੇ ਕਾਮਾ। ਸੰਤ ਬਾਬਾ ਉਜਾਗਰ ਸਿੰਘ ਜੀ, ਜਿਨ੍ਹਾਂ ਦੀ 17ਵੀਂ ਸਾਲਾਨਾ ਵਰਸੀ ਨੂੰ ਮੁੱਖ ਰੱਖਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰਾਗੀ ਸਿੰਘਾਂ ਵੱਲੋਂ ਸ਼ਬਦ ਕੀਰਤਨ ਗਾਇਨ ਹੋਏ। ਉਪਰੰਤ ਇਸ ਅਸਥਾਨ ਤੇ ਜੋ ਕਿ ਸੰਤ ਗਿਆਨੀ ਹਰਭਜਨ ਸਿੰਘ ਜੀ, ਤਿਨਾਂ ਵੱਲੋਂ ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਆਦਿ ਤੋਂ ਲੈ ਕੇ ਪ੍ਰਾਰੰਭ ਕੀਤੀ ਗਈ ਸੀ। ਸੱਚੇ ਪਾਤਸ਼ਾਹ ਜੀਓ ਆਪ ਜੀ ਦੀ ਅਪਾਰ ਰਹਿਮਤ ਬਖਸ਼ਿਸ਼ ਮਿਹਰ ਦਾ ਸਦਕਾ ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਦੇ ਭੋਗ ਪਾਏ ਗਏ ਨੇ। ਗਰੀਬ ਨਿਵਾਜ ਪਾਤਸ਼ਾਹ ਜੀਓ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਤੋਂ ਲੈ ਕੇ ਭੋਗ ਤੱਕ ਕਥਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਆਪ ਜੀ ਨੇ ਮੁਆਫੀ ਦੇ ਦੇਣਾ ਜੀ। ਅੱਗੇ ਵਾਸਤੇ ਸਮਤ ਬਖਸ਼ਣੀ, ਪੜ੍ਹੀ ਸੁਣੀ ਗੁਰਬਾਣੀ, ਗੁਰਮਤ ਵਿਚਾਰਾਂ ਦਾ ਫਲ ਭਾਵ ਸਮੂਹ ਸਾਧ ਸੰਗਤ ਦੇ ਹਿਰਦੇ ਤੇ ਵਸਾਉਣਾ। ਦਰੋਂ ਘਰੋਂ ਸਿੱਖੀ ਸਿਦਕ ਨਾਮ ਬਾਣੀ ਦਾ ਪਿਆਰ ਬਖਸ਼ਣਾ। ਆਪ ਜੀ ਨੇ ਆਪਣੀ ਪਵਿੱਤਰ ਬਾਣੀ ਦੇ ਉੱਪਰ ਭਰੋਸਾ ਬਣਾਉਣਾ।
अपने चरनां दा प्यार बख्शिश करना। गरीब नवाज पातशाह जी खालसे पंथ की चढ़दी कला करनी। आई हुई समूह साध संगत की हाजरी अपने दर ते लाउणी। धरी हुई तिल फुल भेटा अपने दर पर प्रवान करनी। मनोकामनावां भावनावां आप जी ने गुरमत अनुसार सच्चे पातशाह जीओ पूरियां करनियां। इस समय आप जी किरपा करो, दया करो, अलाही हुक्मनामे बख्शो। संगतां नूं नदरी नदर निहाल करो। हुक्मनामे अनुसार जीवन चलाउण दी समर्था बख्शो। गरीब नवाज पातशाह जीओ जी जंत सब सरन तुम्हारी। सर्ब चिंत तुद पासे जो तुद भावै सोई चंगा। एक नानक की अरदासे। सिख पढ़दे सुनदे सरबत लाहेवंद होवन। सही गुरमुख प्यारे मेलो जिन्ना मिलिया आप जी दा नाम चित आवे। नानक नाम चढ़दी कला तेरे। वाहिगुरु जी का खालसा वाहिगुरु जी की फतेह। दोहरा गया भई अकाल की सब सिखन को हुक्म है। गुरु ग्रंथ जी मानिए जो प्रभ को मिल वो चहै। राज करेगा खालसा खुवार हुए सब मिलेंगे। वाहिगुरु नाम जहाज है जो शरदा कर सेवंदे गुर पार। वाहिगुरु नाम जहाज है जो शरदा कर सेवंदे गुर पार। बोले सो निहाल। वाहिगुरु जी का खालसा वाहिगुरु जी की फतेह। तब ते को आंख तरे नहीं आने। राम रही पुराण कुरान अनेक है मत एक न मान्यो। सिमरत शास्त्र वेद सवै बहु भेद कह हम एक न जान्यो। श्री असपान कृपा तुमरी कर मैं न कहो सब तो हुए बखान्यो। सगल द्वार को छाड़ के गहो तुहारो द्वार। वाहे गहे की लाई अस गोविंद दास तुहार। रोगन ते अर सोगन ते जल जोगन ते वो पात बचावे। सतर अनेक चलावत भात धूत अनेक न लागन पावे। राखत है अपनो कर दे करो पाप समूह न पेट न पावे। और की बात कहाँ कह तो सो पेट ही के पट बीच बचावे। वाहिगुरु जीओ मद पार छंद सब देश ढाल। जय तय होत कुचाल जय तय अनर्थ नहीं होते अर्थ। सब देश ढाल जय तय कुचाल। जय तय अनर्थ नहीं होते अर्थ। सब देश राज नित प्रत कुकाज नहीं होत न्याय। जय तय अन्याय
ਸ਼ਿਤ ਭਈ ਸੁਦਰ कृत करत शुदर तह विप एक जय गुण अनेक सब देश राज नित प्रत खुराक पाय नहीं होत न्याय जय तय अन्याय शित भई शुदर जित करत शुदर तह एक विप एक जय गुण अनेक। वाहिगुरु जी का खालसा साहिब श्री गुरु ग्रंथ साहिब जी दी पावन गोद अंदर जुड़ बैठे गुरु स्वरूप गुरु खालसा साध संगत जी प्यार सहित फतेह दी सांझ करिए। सारे माई भाई गज के आखो जी वाहिगुरु जी का खालसा वाहिगुरु जी की फतेह। सतगुरु कलगीधर पातशाह जी ने महान कृपा बख्शिश रहमत कीती। संत ज्ञानी हरभजन सिंह जी ढुड्डी के महापुरखों के सिर ते मेहर भरिया हाथ रख के सतगुरु कलगीधर पातशाह जी ने अपनी श्री मुखवाक पवित्र बाणी दसम ग्रंथ जी दे समुची बाणी दी कथा विचार संत ज्ञानी हरभजन सिंह जी ने बड़े प्यार सहित संगतां नूं सरवण करवाई है। और अज दसम दी बाणी दे संपूर्णता हुई है। कई बार कई वीर सवाल करते ने कि तुसी दसवें पातशाह जी की बाणी नूं दसम गुरु ग्रंथ साहब क्यों कहते हो। साध संगत जिवें आपां कई बार विद्वानां दे पासों सरवण करते हाँ भेजे गुरबाणी दे विच विसराम जां जबकि गलत लग जावे ओदे अर्थ दा अनर्थ हो जाता है। इस तरह विद्वानां ने इहदे अर्थ कीते ने दसम गुरु ग्रंथ साहिब जी। दसवें गुरु साहिब श्री गुरु गोबिंद सिंह साहब सच्चे पातशाह जी का उच्चारण की हुई पवित्र बाणी का यह ग्रंथ है, जिस दे बारे अज दे समय अंदर कई ऐसे भुल्लड़ लोग बड़ियां गलत गल्लां करते हैं। दसम ग्रंथ दे अंदर सतगुरु पातशाह जी ने
ਮਹਾਨ ਖਜ਼ਾਨਾ ਸਾਨੂੰ ਬਖਸ਼ਿਸ਼ ਕੀਤਾ ਹੈ। ਔਰ ਜਿੱਥੇ ਸਤਿਗੁਰਾਂ ਨੇ ਗੁਰਬਾਣੀ ਦੇ ਅੰਦਰ ਕਈ ਸ਼ਬਦਾਂ ਦੇ ਅੰਦਰ, ਕਈ ਪੰਕਤੀਆਂ ਦੇ ਅੰਦਰ ਇਸ਼ਾਰੇ ਮਾਤਰ ਦਰਸਾਇਆ ਹੈ, ਉਹਨਾਂ ਸ਼ਬਦਾਂ ਦੀ, ਉਹਨਾਂ ਪੰਕਤੀਆਂ ਦੀ ਖੁੱਲ੍ਹ ਕੇ ਵਿਆਖਿਆ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਦਸਮ ਗ੍ਰੰਥ ਦੇ ਅੰਦਰ ਕੀਤੀ ਹੈ। ਜਿਵੇਂ ਆਪਾਂ ਰਾਗ ਪ੍ਰਭਾਤੀ ਵਿੱਚ ਪੜ੍ਹਦੇ ਹਾਂ, ਗੌਤਮ ਤਪਾ ਅਹਲਿਆ ਇਸਤਰੀ ਤਿਸ ਦੇਖ ਇੰਦਰ ਲੋਭਾਇਆ, ਸਹਸ ਸਰੀਰ ਚਿਹਨ ਭਗ ਹੂਏ ਤਾਂ ਮਨ ਪਛੋਤਾਇਆ। ਇੱਥੇ ਸਤਿਗੁਰਾਂ ਨੇ ਇਸ਼ਾਰਾ ਕੀਤਾ ਹੈ, ਪਰ ਜਦੋਂ ਆਪਾਂ ਦਸਮ ਦੀ ਬਾਣੀ ਪੜਾਂਗੇ, ਦਸਮ ਦੀ ਬਾਣੀ ਅੰਦਰ ਇਹਦਾ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਖੁੱਲ੍ਹ ਕੇ ਵਿਸਥਾਰ ਕੀਤਾ ਹੈ। ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪੜ੍ਹਦੇ ਤੇ ਸੁਣਦੇ ਹਾਂ, ਜਨਮੇਜੈ ਗੁਰ ਸ਼ਬਦ ਨਾ ਜਾਣਿਆ। ਸਤਿਗੁਰੂ ਜੀ ਨੇ ਟੂਕ ਮਾਤਰ, ਇਸ਼ਾਰੇ ਮਾਤਰ ਸ਼ਬਦ ਦੇ ਵਿੱਚ ਦਰਸਾਇਆ ਹੈ, ਪਰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਦਸਮ ਦੀ ਬਾਣੀ ਅੰਦਰ ਇਹਦਾ ਖੁੱਲ੍ਹ ਕੇ ਵਿਸਥਾਰ ਕੀਤਾ ਹੈ। ਆਪਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪੜ੍ਹਦੇ ਹਾਂ, ਧੰਨ ਗੁਰੂ ਅਰਜਨ ਸਾਹਿਬ ਜੀ ਨੇ ਉਚਾਰਨ ਕੀਤਾ ਹੈ, ਕਰਮ ਹੈ ਅੰਮ੍ਰਿਤ ਆਣ ਨਿਸਾਰਿਓ, ਖਿਸਰ ਗਇਓ ਭੂਮ ਪਰ ਡਾਰਿਓ। ਇਸ਼ਾਰੇ ਮਾਤਰ ਹੈ। ਸਤਿਗੁਰੂ ਜੀ ਨੇ ਇੱਥੇ ਕੇਵਲ 2 ਪੰਕਤੀਆਂ ਵਿੱਚ ਇਸ਼ਾਰਾ ਕੀਤਾ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੇ ਅੰਦਰ ਇਹਦਾ ਖੁੱਲ੍ਹ ਕੇ ਵਿਸਥਾਰ ਕੀਤਾ ਹੈ। ਵਜੀਦੇ ਕਵੀ ਨੇ ਵੀ ਆਪਣੀ ਕਵਿਤਾ ਦੇ ਵਿੱਚ ਜ਼ਿਕਰ ਕੀਤਾ, ਸ਼ਾਹ ਸਿਕੰਦਰ ਢੂਡੇ ਆਬੇ ਹਯਾਤ ਨੂੰ, ਫਿਰਦਾ ਵਿੱਚ ਪਹਾੜਾਂ ਦਿਨੇ ਤੇ ਰਾਤ ਨੂੰ। ਵਜੀਦੇ ਕਵੀ ਨੇ ਸ਼ਾਹ ਸਿਕੰਦਰ ਦਾ ਜ਼ਿਕਰ ਕੀਤਾ ਹੈ ਕਿ ਉਹ ਅੰਮ੍ਰਿਤ ਦੀ ਭਾਲ ਵਿੱਚ ਨਿਕਲਿਆ, ਰਾਤ ਦਿਨ ਉਹ ਪਹਾੜਾਂ ਦੇ ਵਿੱਚ ਫਿਰਦਾ ਫਿਰਦਾ ਆਬੇ ਹਯਾਤ ਦੇ ਕੁੰਡ ਤੇ ਪਹੁੰਚਿਆ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ, ਉਧਰ ਇੰਦਰ ਨੂੰ ਆਪਣੇ ਭਾ ਦੀ ਬਣ ਗਈ, ਵੀ ਜੇ ਸ਼ਾਹ ਸਿਕੰਦਰ ਨੇ ਅੰਮ੍ਰਿਤ ਪੀ ਲਿਆ, ਇਹਨੇ ਅਮਰ ਹੋ ਜਾਣਾ ਹੈ, ਮੁੜ ਕੇ ਇਹਨੇ ਕਿਸੇ ਤੋਂ ਮਰਨਾ ਨਹੀਂ, ਤੇ ਕਿਤੇ ਐਸਾ ਨਾ ਹੋਵੇ ਵੀ ਮੇਰਾ ਵੀ ਰਾਜ ਨਾ ਖੋਹ ਲਵੇ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ, ਇੰਦਰ ਨੇ ਰੰਭਾ ਨਾਮ ਦੀ ਅਪਛਰਾ ਨੂੰ ਕਿਹਾ, ਤੂੰ ਇੱਕ ਪੰਛੀ ਦਾ ਰੂਪ ਧਾਰਨ ਕਰਕੇ ਆਬੇ ਹਯਾਤ ਦੇ ਕੁੰਡ ਤੇ ਜਾ ਕੇ ਬੈਠ, ਰੂਪ ਆਪਣਾ ਇਹੋ ਜਿਹਾ ਬਣਾ ਲੈ ਕਿ ਸ਼ਾਹ ਸਿਕੰਦਰ ਆਬੇ ਹਯਾਤ ਨਾ ਪੀ ਸਕੇ। ਇਹ ਸਾਰੀ ਵਿਆਖਿਆ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ
ਦਸਮ ਦੀ ਬਾਣੀ ਅੰਦਰ ਬੜੇ ਵਿਸਥਾਰ ਦੇ ਨਾਲ ਜ਼ਿਕਰ ਕੀਤੀ ਹੈ। ਸਾਧ ਸੰਗਤ ਜੀ, ਔਰ ਅੱਜ ਦੇ ਸਮੇਂ ਅੰਦਰ ਜਿਵੇਂ ਗਿਆਨੀ ਜੀ ਦਰਸਾ ਕੇ ਗਏ ਨੇ ਕਿ ਸਿੱਖ ਧਰਮ ਦੇ ਉੱਤੇ ਬਹੁਤ ਹਮਲੇ ਹੋ ਰਹੇ ਨੇ, ਕਿਤੇ ਗੁਰਬਾਣੀ ਤੇ ਹਮਲੇ ਕੀਤੇ ਜਾ ਰਹੇ ਨੇ ਵੀ ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ, ਸਿੱਖਾਂ ਦੀ ਬਾਣੀ ਵੱਖ ਕੀਤੀ ਜਾਵੇ, ਕੇਵਲ ਨਿਰੋਲ ਗੁਰੂ ਸਾਹਿਬਾਨ ਜੀ ਦੀ ਬਾਣੀ ਹੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰੱਖੀ ਜਾਵੇ। ਜੇ ਸਤਿਗੁਰੂ ਨੂੰ ਭਾਉਂਦਾ ਹੁੰਦਾ ਤੇ ਸਤਿਗੁਰੂ ਪਹਿਲਾਂ ਹੀ ਇਹ ਕਾਰਜ ਕਰ ਜਾਂਦੇ, ਪਰ ਸਤਿਗੁਰੂ ਪਾਤਸ਼ਾਹ ਜੀ ਨੇ ਸਮੁੱਚੀਆਂ ਜਾਤਾਂ ਦੇ, ਸਮੁੱਚੇ ਧਰਮਾਂ ਦੇ ਭਗਤਾਂ ਨੂੰ, ਭੱਟਾਂ ਨੂੰ, ਜਿਨ੍ਹਾਂ ਨੇ ਗੁਰਮਤਿ ਅਨੁਸਾਰ ਗੁਰਬਾਣੀ ਦਾ ਉਚਾਰਨ ਕੀਤਾ, ਸਤਿਗੁਰੂ ਜੀ ਨੇ ਉਹਨਾਂ ਨੂੰ ਮਾਣ ਸਤਿਕਾਰ ਦੇ ਕੇ ਆਪਣੇ ਨਾਲ ਬਿਠਾਇਆ ਹੈ। ਔਰ ਸਾਧ ਸੰਗਤ, ਇਸ ਤਰ੍ਹਾਂ ਕਿਤੇ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਤੇ ਹਮਲਾ ਕੀਤਾ ਜਾ ਰਿਹਾ ਹੈ। ਇੱਕ ਮੈਨੂੰ ਵੀ ਕੈਨੇਡਾ ਦੇ ਵਿੱਚ ਸਿਰ ਫਿਰਿਆ ਮਿਲਿਆ ਸੀ, ਕਹਿਣ ਲੱਗਾ ਜਿੰਨਾ ਚਿਰ ਦਸਵੇਂ ਪਾਤਸ਼ਾਹ ਜੀ ਦੀਆਂ ਇਹ 3 ਬਾਣੀਆਂ ਅੰਮ੍ਰਿਤ ਸੰਚਾਰ ਵਿੱਚੋਂ ਨਹੀਂ ਕੱਢੀਆਂ ਜਾਂਦੀਆਂ, ਮੈਂ ਉਹਨਾਂ ਚਿਰ ਅੰਮ੍ਰਿਤ ਨਹੀਂ ਛਕਣਾ। ਤੇ ਮੈਂ ਕਿਹਾ ਤੈਨੂੰ ਕਿਹਨੇ ਹੁਕਮਨਾਮਾ ਘੱਲਿਆ ਵੀ ਤੂੰ ਅੰਮ੍ਰਿਤ ਛਕ? ਤੇਰੇ ਤਾਂ ਅੰਮ੍ਰਿਤ ਛਕੇ ਤੋਂ ਬਗੈਰ ਹੀ ਤੂੰ ਚੰਗਾ। ਐਸੇ ਲੋਕ ਜਿਨ੍ਹਾਂ ਨੂੰ ਗਲਤ ਸਿੱਖਿਆ ਦਿੱਤੀ ਜਾ ਰਹੀ ਹੈ, ਕਿਉਂਕਿ ਅਸੀਂ ਆਪ ਵਿਚਾਰ ਤੋਂ ਹੀਣੇ ਹਾਂ। ਆਪਣੀ ਬੁੱਧੀ ਨਾਲ, ਆਪਣੀ ਅਕਲ ਦੇ ਨਾਲ ਜੋ ਸਤਿਗੁਰਾਂ ਨੇ ਸਾਨੂੰ ਗੁਰਬਾਣੀ ਬਖਸ਼ਿਸ਼ ਕੀਤੀ ਹੈ, ਉਹਦੀ ਵਿਚਾਰ ਨਹੀਂ ਕਰਦੇ। ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਫਰਨਾਮੇ ਦੇ ਅੰਦਰ ਔਰੰਗਜ਼ੇਬ ਨੂੰ ਕਿੰਨੀਆਂ ਲਾਹਣਤਾਂ ਪਾਈਆਂ ਨੇ। ਐਸੀਆਂ ਲਾਹਣਤਾਂ ਜਿਹਨੂੰ ਸੁਣਦਿਆਂ ਸਾਰ ਹੀ ਔਰੰਗਜ਼ੇਬ ਦੇ ਪ੍ਰਾਣ ਨਿਕਲ ਗਏ ਸਨ। ਸਾਧ ਸੰਗਤ ਜੀ, ਜ਼ਫਰਨਾਮੇ ਦੀ ਬਾਣੀ ਨੂੰ ਤਾਂ ਅਸੀਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਮੰਨਦੇ ਹਾਂ, ਪਰ ਜੇ ਕਿਤੇ ਚਰਿੱਤਰਾਂ ਦੀ ਗੱਲ ਆਵੇ ਤੇ ਅਸੀਂ ਕਹਿੰਦੇ ਆ ਜੀ ਇਹ ਗੁਰੂ ਸਾਹਿਬ ਜੀ ਦੀ ਬਾਣੀ ਨਹੀਂ। ਵੇਖੋ, ਹਜ਼ੂਰ ਨੇ ਚਰਿੱਤਰਾਂ ਦੇ ਅੰਦਰ ਜਿੱਥੇ ਔਰਤਾਂ ਦੇ ਚਰਿੱਤਰ ਲਿਖੇ ਨੇ, ਉੱਥੇ ਪੁਰਖਾਂ ਦੇ ਚਰਿੱਤਰ ਵੀ ਲਿਖੇ। ਚਰਿੱਤਰ ਕੇਵਲ ਔਰਤਾਂ ਦੇ ਨਹੀਂ। ਮੈਂ ਵੀ ਬੇਨਤੀ ਕਰਾਂ, ਸਤਿਗੁਰੂ ਜੀ ਨੇ ਪੁਰਖਾਂ ਦੇ ਚਰਿੱਤਰ ਵੀ ਲਿਖੇ ਨੇ ਵੀ ਬੰਦਾ ਔਰਤ ਨੂੰ ਆਪਣੇ ਚੁੰਗਲ ਵਿੱਚ ਕਿਵੇਂ ਫਸਾਉਂਦਾ ਹੈ ਜਾਂ ਔਰਤ ਬੰਦੇ ਨੂੰ ਕਿਵੇਂ ਫਸਾਉਂਦੀ ਹੈ। ਪਰ ਇਹਦੇ ਤੋਂ ਬਚਣ ਦਾ ਤਰੀਕਾ ਸਤਿਗੁਰੂ ਜੀ ਨੇ ਦਰਸਾਇਆ ਹੈ, ਉਹ ਹੈ ਅਰਦਾਸ। ਤੇ ਅਰਦਾਸ ਹਜ਼ੂਰ ਨੇ ਚਰਿੱਤਰਾਂ ਦੇ ਅਖੀਰ ਤੇ ਕੀਤੀ, ਹਮਰੀ ਕਰੋ ਹਾਥ ਦਾ ਰਚਾ, ਪੂਰਨ ਹੋਏ ਚਿੱਤ ਕੀ ਇੱਛਾ। ਆਪਾਂ ਸਾਰੇ ਪੜ੍ਹਦੇ ਹਾਂ। ਹੁਣ ਕਈ ਲੋਕ ਇਹ ਗੱਲ ਕਹਿੰਦੇ ਨਹੀਂ ਵੀ ਜਿਹੜਾ ਚਰਿੱਤਰ ਪੜ੍ਹੇਗਾ ਉਹ ਮਾੜੇ ਪਾਸੇ ਤੁਰੇਗਾ, ਉਹ ਮਾੜੇ ਕੰਮ ਕਰੇਗਾ। ਸਤਿਗੁਰੂ ਜੀ ਨੇ ਇਸ ਕਰਕੇ ਚਰਿੱਤਰ ਨਹੀਂ ਲਿਖੇ। ਸਤਿਗੁਰੂ ਜੀ ਨੇ ਚਰਿੱਤਰ ਲਿਖੇ ਨੇ ਵੀ ਐ ਗੁਰਮੁਖ ਗੁਰਸਿੱਖਾ, ਤੂੰ ਆਪਣੇ ਜੀਵਨ ਨੂੰ ਕਿਵੇਂ ਬੇਦਾਗ ਰੱਖਣਾ। ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ। ਹੁਣ ਜਨਮੇਜੇ ਨੂੰ ਸਾਰੀ ਸਿੱਖਿਆ ਦਿੱਤੀ ਗਈ ਸੀ। ਸਾਧ ਸੰਗਤ ਜੀ, ਜਨਮੇਜੇ ਨੂੰ ਸਾਰੀ ਸਿੱਖਿਆ ਦਿੱਤੀ ਗਈ ਸੀ, ਪਰ ਜੇ ਜਨਮੇਜੇ ਨੇ ਉਹ ਸਿੱਖਿਆ ਤੇ ਨੱਕ ਵੱਟਿਆ ਤਾਂ ਹੀ ਉਹਦੇ ਨੱਕ ਤੇ ਕੋੜ ਰਹਿ ਗਿਆ ਤੇ ਕੋੜ ਦੇ ਨਾਲ ਫਿਰ ਉਹਦੀ ਮੌਤ ਹੋਈ। ਗੁਰੂ ਕੀ ਬਾਣੀ ਤੇ ਕਦੇ ਵਾਸਤੇ ਭੁੱਲ ਕੇ ਵੀ
किंतु परंतु नहीं करना चाहिए। सतगुरु जी ने यह साडे ते बख्शिश की है। साध संगत जिथे पहला सतगुरु गुरु नानक साहब जी की आपां जदों मर्यादा पढ़ते हैं, भाई गुरदास जी ने वो अपनियां वारां दे विच अंकित की है कि सतगुरु जी ने अमृत वेले जाप उचारा, जपजी साहब जी का जिथे उचारण किया उत्थे नाल गुरसिखां नूं हुक्म किया जपजी साहब जी का पाठ अमृत वेले करया करो। संजे सोदर गावना, शाम नूं सोदर रहरा साहब जी का पाठ करना, राती कीरत सोहला, रात नूं सौण लग्गिया कीर्तन सोहले जी का पाठ करना, अते नाल कर आरती प्रसाद वंडंदा, आरती दे शब्द पढ़ने। ये चार बाणियां दा नितनेम साहिब श्री गुरु नानक साहब जी तो आरंभ हो गया सी। सतगुरु कलगीधर पातशाह जी ने नितनेम दीयां बाणियां दे विच जिथे हजूर ने जाप साहब, तप प्रसाद सवैये, चौपी साहब, ये तीन बाणियां सतगुरु कलगीधर पातशाह जी ने अपनियां रखियां। उथे पंजवीं बाणी पवित्र बाणी श्री आनंद साहब जी की साहिब श्री गुरु अमरदास पातशाह जी की उचारण की हुई। ये पांच बाणियां सतगुरु जी ने सानू नितनेम विच बख्शिश कीतियां ने। दसवें पातशाह जी ने अगों चल के इन्हां पंजां बाणियां दा अमृत वेले नितनेम करना, शाम नूं सोदा रहरा साहब जी का पाठ अते सौण लग्गिया सोहले जी का पाठ। 7 बाणियां गुरु के सिख वास्ते लाजमी ने। इस तो वध जिन्नी बाणी पढ़ी जावे वो साडे भले वास्ते है। तो अज दे समय अंदर साध संगत जिथे अमृत संचार दे उत्ते हमले कीते जा रहे ने, नितनेम दीयां बाणियां ते हमले कीते जा रहे ने, मैं समझदा हां वो लोग बेसमझ हन जेड़े ये हमले करते ने। उन्हां नूं सोझी नहीं, जां वो एजेंसियां दे खरीदे हुए लोग ने जेड़े हमले करते ने कि सिख कौम दे अंदर पाड़ पाओ, सिख कौम नूं आपस विच पाड़ो, ये आपस विच इसे तरह ही लड़ते रहन। मैं समझदा ये उन्हां दा मकसद है। पर आपां इहदे उत्ते पहरा देना है। जो सतगुरां ने सानू आदि श्री गुरु ग्रंथ साहब जी की बाणी बख्शिश की है, दसम गुरु ग्रंथ साहब जी की बाणी बख्शिश की है, भाई नंद लाल जी की बाणी सतगुरां ने सानू बख्शिश की है, भाई गुरदास जी की बाणी सानू सतगुरां ने बख्शिश की है। ये बाणियां सिख धर्म ने प्रवान कीतियां ने। इन्हां बाणियां दे उत्ते गुरु के सिख ने डट के पहरा देना है। और वेखो दसम ग्रंथ दी बाणी दे अंदर आण मतां दा इतिहास भी है। तुहानू आण मत पढ़न दी लोड़ नहीं पवेगी। तुसी दसम दी बाणी पढ़ो, उहदे विचों ही तुहानू आण धर्मां दा, होर धर्मां दा जिहड़ा ज्ञान है वो भी प्राप्त होवेगा। सो मैं अखीर विच सत्कारयोग ज्ञानी हरभजन सिंह जी अते उन्हां दे नाल समुचे जो विद्यार्थी गुरु की बाणी की संथ्या प्राप्त कर चुके ने, कर रहे ने, सारियां नूं ही बहुत बहुत वधाई दिंदा हां। भावें अज संत बाबा उजागर सिंह जी की 17वीं सालाना वर्षी मनाई जा रही है, पर उन्होंने एक बहुत वड्डा परोपकार किया है। साध संगत जी दसम दी बाणी आद तो लैके ते संपूर्णता तक ज्ञानी जी ने कथा विचार करके अज भोग पाए ने।
ਇਸ ਕਰਕੇ ਉਹ ਵਧਾਈ ਦੇ ਪਾਤਰ ਨੇ। ਮੈਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵੱਲੋਂ ਜਿੱਥੇ ਗਿਆਨੀ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ, ਉੱਥੇ ਨਾਲ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵੱਲੋਂ ਸੰਤ ਗਿਆਨੀ ਹਰਭਜਨ ਸਿੰਘ ਜੀ ਨੂੰ ਸਿਰਪਾਓ ਵੀ ਸਾਧ ਸੰਗਤ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵੱਲੋਂ ਦਿੱਤਾ ਜਾਵੇਗਾ, ਕਿਉਂਕਿ ਉਹਨਾਂ ਨੇ ਇੱਕ ਮਹਾਨ ਪਰਉਪਕਾਰ ਕੀਤਾ। ਅੱਜ ਦੇ ਇਹਨਾਂ ਸਮਾਗਮਾਂ ਤੇ ਚੰਗੇ ਚੰਗੇ ਗੁਰਮੁਖ ਗੁਰਸਿੱਖ ਵਿਦਵਾਨ ਪਹੁੰਚੇ ਹੋਏ ਨੇ। ਬਾਬਾ ਵਿਧੀ ਚੰਦ ਸਾਹਿਬ ਜੀ ਦੇ ਅੰਸ਼ ਬੰਸ ਦੇ ਜਾਨਸ਼ੀਨ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਮਹਾਂਪੁਰਖ, ਉਹਨਾਂ ਮਹਾਂਪੁਰਖਾਂ ਵੱਲੋਂ ਭਾਈ ਮਨਜੀਤ ਸਿੰਘ ਜੀ, ਬਾਬਾ ਨਿਹਾਲ ਸਿੰਘ ਜੀ ਵੀ ਪਹੁੰਚੇ ਹੋਏ ਨੇ। ਹੋਰ ਬਹੁਤ ਸਾਰੇ ਸੰਤ ਮਹਾਂਪੁਰਖ ਅੱਜ ਦੇ ਇਹਨਾਂ ਸਮਾਗਮਾਂ ਵਿੱਚ ਪਹੁੰਚੇ ਹੋਏ ਨੇ। ਸਾਰਿਆਂ ਨੂੰ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ। ਫਿਰ ਗਿਆਨੀ ਜੀ ਦਾ ਸਮੁੱਚੇ ਜਥੇਬੰਦੀ ਦਾ, ਗਰੀਬ ਨਿਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਮੈਂ ਬੇਨਤੀ ਕਰਾਂਗਾ ਸੰਤ ਗਿਆਨੀ ਹਰਭਜਨ ਸਿੰਘ ਜੀ ਨੂੰ ਕਿ ਉਹ ਆਉਣ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵੱਲੋਂ ਸਿਰਪਾਓ ਦੀ ਜੋ ਬਖਸ਼ਿਸ਼ ਹੈ ਉਹ ਆਪ ਜੀ ਪ੍ਰਾਪਤ ਕਰਨ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਬੋਲਦਿਆਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਖਿਮਾ ਕਰ ਦੇਣੀ। ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਵਿੱਚ ਵਸਾ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕਾਲ ਕਿਰਪਾ ਕਰਾਏ, ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਰਸਨਾ ਨੂੰ ਕਰੋ ਪਵਿੱਤਰ, ਪਿਆਰ ਸਤਿਕਾਰ ਦੇ ਨਾਲ ਗੁਰ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਮੁੱਚੇ ਹੀ ਸਤ ਸੰਗੀ ਗੁਰਮੁਖ ਮਹਾਂਪੁਰਖ ਨਾਮ ਰਸੀਏ ਤਤ ਵੇਤੇ, ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਕਾਫੀ ਲੰਮੇਰੇ ਸਮੇਂ ਤੋਂ ਲੈ ਕਰਕੇ ਇਕੱਤਰ ਹੋ ਬੈਠੇ ਹਾਜ਼ਰੀਆਂ ਭਰ ਰਹੇ ਹੋ। ਸਮੁੱਚੀ ਹੀ ਸਾਧ ਸੰਗਤ ਨੂੰ ਭਲੀ ਪ੍ਰਕਾਰ ਇਹ ਵਿਦਿਤ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਸੱਚਖੰਡ ਵਾਸੀ ਸੰਤ ਬਾਬਾ ਉਜਾਗਰ ਸਿੰਘ ਜੀ, ਜਿਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਸੇਵਾ ਸਿਮਰਨ ਜਪ ਤਪ ਦੇ ਅੰਦਰ ਬਸਰ ਕਰਦਿਆਂ ਇਸ ਅਸਥਾਨ ਦੇ ਉੱਪਰ ਆਪਣੇ ਪੰਜ ਭੌਤਿਕ ਦੇਹੀ ਦਾ ਤਿਆਗ ਕੀਤਾ, ਉਹਨਾਂ ਮਹਾਂਪੁਰਖ ਸੰਤ ਬਾਬਾ ਉਜਾਗਰ ਸਿੰਘ ਜੀ ਦੀ 17ਵੀਂ ਅੱਜ ਵਰਸੀ ਆਪਾਂ ਸੰਗਤਾਂ ਪਿਆਰ ਸਤਿਕਾਰ ਦੇ ਨਾਲ ਮਨਾ ਰਹੇ ਹਾਂ। ਉਹਨਾਂ ਮਹਾਂਪੁਰਖਾਂ ਨੇ ਮਹਾਨ ਗੁਰਮਤਿ ਦਾ ਇੱਥੇ ਪ੍ਰਚਾਰ ਕੀਤਾ, ਵਿਦਿਆਰਥੀਆਂ ਨੂੰ ਗੁਰਮਤਿ ਦੀ ਵਿਦਿਆ ਪੜ੍ਹਾਈ, ਬੇਅੰਤ ਪਰਉਪਕਾਰ ਦੇ ਕਾਰਜ ਉਸ ਮਹਾਂਪੁਰਖ ਨੇ ਕੀਤੇ ਹਨ। ਅੱਜ ਉਹਨਾਂ ਦੀ ਸਾਲਾਨਾ ਸਿਮਰਤੀ ਦੇ ਸੰਬੰਧ ਅੰਦਰ ਇਸ ਅਸਥਾਨ ਦੇ ਪ੍ਰਮੁੱਖ ਸੇਵਾਦਾਰ ਦਾਸ ਦੇ ਵਿਦਿਆ ਦਾਤੇ, ਕਿਉਂਕਿ ਕੁਝ ਸਮਾਂ ਦਾਸ ਵੀ ਸਤਿਕਾਰਯੋਗ ਸੰਤ ਗਿਆਨੀ ਹਰਭਜਨ ਸਿੰਘ ਜੀ ਇਹਨਾਂ ਦੇ ਪਾਸ ਵਿਦਿਆ ਪੜ੍ਹਦਾ ਰਿਹਾ। ਬੜਾ ਪਰਉਪਕਾਰੀ ਸੁਭਾਅ ਤੇ ਗੁਰਬਾਣੀ ਦੇ ਜਿਹੜੇ ਗੋਹਜ ਅਰਥ ਇਹਨਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਆਪਣੀ ਮਿਸਾਲ ਇਹ ਆਪ ਹਨ। ਵਿਦਿਆਰਥੀਆਂ ਦੇ ਐਸੇ ਚਾਅ ਉਤਸ਼ਾਹ ਨੂੰ ਵੇਖ ਕਰਕੇ ਜਦੋਂ ਵੀ ਕੋਈ ਵਿਦਿਆਰਥੀ ਸਿੰਘ ਬੇਨਤੀ ਕਰਦੇ, ਬੇਅੰਤ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕਥਾਵਾਂ ਇਸ ਅਸਥਾਨ ਤੇ ਵੀ ਰਹਿ ਕਰਕੇ ਕੀਤੀਆਂ।
ਮਹਾਨ ਤਿਆਗ ਵੈਰਾਗ ਦੀ ਮੂਰਤ ਸ਼੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਪਾਸ ਰਹਿ ਕਰਕੇ ਵੀ ਬੇਅੰਤ ਇਹਨਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਇਆ। ਗੋਰੇ ਇਤਿਹਾਸ ਦੀਆਂ ਕਥਾਵਾਂ ਇਸ ਸਥਾਨ ਤੇ ਨਿਰੰਤਰ ਚੱਲਦੀਆਂ ਰਹਿੰਦੀਆਂ ਤੇ ਸਿੰਘਾਂ ਦੇ ਬੇਨਤੀ ਕਰਨ ਤੋਂ ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਕਥਾ ਮਹਾਂਪੁਰਖਾਂ ਨੇ ਆਰੰਭ ਕੀਤੀ। ਦੱਸ ਰਹੇ ਸਨ ਕਿ ਪੌਣੇ 3 ਸਾਲ ਦੇ ਸਮੇਂ ਦੇ ਵਿੱਚ ਇਹ ਜਿਹੜੀ ਕਥਾ ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸੰਪੂਰਨਤਾ ਤੱਕ ਲਿਆਂਦੀ ਹੈ। ਦੁਨੀਆ ਦੇ ਅੰਦਰ ਬੇਅੰਤ ਪ੍ਰਕਾਰ ਦੇ ਦਾਨ ਹਨ, ਪਰੰਤੂ ਬ੍ਰਹਮ ਗਿਆਨ ਦੀ ਵਿਦਿਆ ਦਾ ਦਾਨ ਕਿਸੇ ਨੂੰ ਇੱਕ ਵੀ ਅਕਸ਼ਰ ਦੇ ਦੇਣਾ, ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਉਹ ਜਿਹੜਾ ਮਹਾਨ ਇਸ ਸਥਾਨ ਦੇ ਉੱਪਰ ਕਥਾ ਦੇ ਪ੍ਰਵਾਹ ਨਿਰੰਤਰ ਚੱਲੇ ਹਨ, ਇਹ ਕਥਾ ਸਾਧ ਸੰਗਤ ਜੀ ਆਮ ਕਥਾ ਨਹੀਂ ਜਿਹੜੀ ਟੀਕਿਆਂ ਚੋਂ ਪੜ੍ਹ ਲਈਏ, ਜਾਂ ਮੇਰੇ ਵਰਗਾ ਕੋਈ 4 ਅਕਸ਼ਰ ਪੜ੍ਹ ਕਰਕੇ ਆਪਣੀ ਬੁੱਧੀ ਦੇ ਤਲੇ ਤੇ ਖੜ ਕਰਕੇ ਦਿਮਾਗ ਦੇ ਨਾਲ ਅਰਥ ਬਣਾ ਕੇ ਸੁਣਾ ਦੇਵੇ। ਉਹ ਇਹੋ ਜਿਹੀਆਂ ਜਿਹੜੀਆਂ ਕਥਾਵਾਂ ਸ਼ਾਂਕੇ ਖੜੇ ਕਰਦੀਆਂ ਨੇ। ਪਰੰਤੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਆਪਣੇ ਸਮੇਂ ਦੇ ਅੰਦਰ 2 ਜਿਹੜੀਆਂ ਕਥਾਵਾਂ ਕੀਤੀਆਂ ਤੇ ਵਿਦਿਆਰਥੀਆਂ ਨੂੰ ਪੜ੍ਹਾਈਆਂ ਨੇ। ਅਸੀਂ ਸੋਚਦੇ ਹੋਵਾਂਗੇ ਵੀ 2 ਕਥਾ ਕਿਹੜੀਆਂ, ਇੱਕ ਤੇ ਜਦੋਂ ਆਨੰਦਪੁਰ ਸਾਹਿਬ ਨੂੰ ਤਿਆਗ ਕੇ ਕਲਗੀਆਂ ਵਾਲੇ ਸਤਿਗੁਰੂ ਚਮਕੌਰ ਦੀ ਗੜ੍ਹੀ ਮੁਕਤਸਰ ਦਾ ਜੰਗ ਫਤਿਹ ਕਰਕੇ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਪੁੱਜੇ ਨੇ, ਉੱਥੇ ਸਮੁੱਚੀ ਗੁਰਬਾਣੀ ਇੱਕ ਓੰਕਾਰ ਤੋਂ 18-10-20 ਤੱਕ ਲਿਖਵਾਈ ਹੈ। ਅੰਮ੍ਰਿਤ ਵੇਲੇ ਜਿੰਨੀ ਗੁਰਬਾਣੀ ਸਤਿਗੁਰੂ ਪਾਤਸ਼ਾਹ ਲਿਖਾ ਦਿੰਦੇ, ਸ਼ਾਮ ਦੇ ਵਕਤ ਓਨੀ ਗੁਰਬਾਣੀ ਦੇ ਅਰਥ ਆਪਣੀ ਪਾਵਨ ਪਵਿੱਤਰ ਰਸਨਾ ਤੋਂ ਕਰਦੇ। ਤੇ 48 ਸਿੰਘ ਜਿਨ੍ਹਾਂ ਨੇ ਉਹ ਕਥਾ ਸੁਣੀ ਤੇ ਬਦੇਹ ਮੁਕਤੀ ਦੀ ਅਵਸਥਾ ਨੂੰ ਪ੍ਰਾਪਤ ਹੋਏ, ਜਿਨ੍ਹਾਂ ਵਿੱਚੋਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਸ਼ਹੀਦ ਬਾਬਾ ਮਨੀ ਸਿੰਘ ਸਾਹਿਬ ਜੀ, ਇਹਨਾਂ ਨੇ ਅੱਗੇ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਸਤੇ ਟਕਸਾਲਾਂ ਚਲਾਈਆਂ। ਇੱਕ ਕਥਾ ਗੁਰੂ ਗ੍ਰੰਥ ਸਾਹਿਬ ਜੀ ਦੀ ਆਪਣੀ ਰਸਨਾ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤੀ, ਤੇ ਦੂਸਰੀ ਜਿਹੜੀ ਕਥਾ ਸੀ ਜਦੋਂ ਸੱਚਖੰਡ ਨਾਂਦੇੜ ਦੀ ਧਰਤੀ ਹਜੂਰ ਸਾਹਿਬ ਸਤਿਗੁਰੂ ਗਏ ਨੇ, ਉੱਥੇ ਜਾ ਕੇ ਗੁਰਦੁਆਰਾ ਨਗੀਨਾ ਘਾਟ ਗੋਦਾਵਰੀ ਦੇ ਕਿਨਾਰੇ ਉੱਥੇ ਬੈਠ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਸਮੁੱਚੀ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਕਥਾ ਆਪਣੀ ਰਸਨਾ ਤੋਂ ਆਪ ਕੀਤੀ। ਟਕਸਾਲ ਵਿੱਚ ਵਿਦਿਆ ਪੜ੍ਹ ਲੈਣੀ, ਇਹਦਾ ਲਾਭ ਕੀ ਹੈ? ਤੇ ਇਹ ਜਿਹੜੀ ਵਿਦਿਆ ਨਰੋਲ ਗੁਰਮਤਿ ਦਾ ਪ੍ਰਚਾਰ ਹੈ ਇਸ ਟਕਸਾਲ ਦੇ ਅੰਦਰ, ਇੱਥੇ ਕੋਈ ਕਿੰਤੂ ਪ੍ਰੰਤੂ ਨਹੀਂ ਉੱਠਦਾ। ਸੋ ਸਾਧ ਸੰਗਤ ਜੀ, ਉਹ ਜਿਹੜੀਆਂ ਕਥਾਵਾਂ ਕਲਗੀਧਰ ਪਾਤਸ਼ਾਹ ਜੀ ਨੇ ਆਪ ਰਸਨਾ ਤੋਂ ਕੀਤੀਆਂ, ਉਹ ਵਿਦਿਆਰਥੀ ਅੱਗੇ ਤੋਂ ਅੱਗੇ ਕਲਗੀਧਰ ਪਾਤਸ਼ਾਹ ਦੇ ਅਰਥਾਂ ਨੂੰ ਨੋਟ ਕਰਦੇ ਗਏ। ਅੱਗੇ ਫਿਰ ਸੀਨੇ ਪਸੀਨੇ ਜਿਵੇਂ ਸੰਪਰਦਾਵਾਂ ਟਕਸਾਲਾਂ ਚੱਲੀਆਂ, ਅੱਜ ਸੰਪਰਦਾਵਾਂ ਵਿੱਚ ਟਕਸਾਲਾਂ ਦੇ ਅੰਦਰ ਉਹੀ ਅਰਥ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਿਹੜੀ ਰਸਨਾ ਤੋਂ ਹੋਏ ਉਹ ਵਿਦਿਆਰਥੀਆਂ ਨੂੰ ਪੜ੍ਹਾਏ ਜਾਂਦੇ ਨੇ। ਕਿਉਂ ਸ਼ਾਂਤੀ ਮਿਲ ਜਾਂਦੀ ਐਸੀ ਕਥਾ ਨੂੰ ਸੁਣ ਕਰਕੇ? ਜਦੋਂ ਹਕੀਕਤਾਂ ਦੀ ਕਥਾ ਚੱਲ ਰਹੀ ਸੀ, ਮਨ ਕਰਦਾ ਸੀ ਕਿ ਲੰਬੇ ਸਮੇਂ ਤੱਕ ਇਹ ਰਸ ਨੂੰ ਮਾਣੀਏ। ਇਹ ਅਰਥ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਗੁਰੂ ਦੀ ਰਸਨਾ ਤੋਂ ਹੋਏ ਨੇ, ਇਸ ਲਈ ਸਾਡੇ ਮਨ ਨੂੰ ਇਹ ਸ਼ਾਂਤੀ ਦਿੰਦੇ ਨੇ। ਜਿਨ੍ਹਾਂ ਮਨੁੱਖਾਂ ਨੇ ਕਦੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਾਵਨ ਅਰਥਾਂ ਨੂੰ ਛੋਹ ਕੇ ਵੀ ਨਹੀਂ ਵੇਖਿਆ, ਕਦੇ ਪੜ੍ਹਨਾ ਤੇ ਦੂਰ ਦੀ ਗੱਲ, ਕਦੇ ਸੁਣੇ ਵੀ ਨਹੀਂ ਹਨ, ਉਹ ਲੋਕ ਫਿਰ ਅਨਕਾਰੀ ਹੋ ਜਾਂਦੇ, ਇਹ ਗੁਰੂ ਸਾਹਿਬ ਨੇ ਪੜ੍ਹਾਏ ਹੀ ਨਹੀਂ ਹਨ। ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਐਸੀ ਕਥਾ ਹੈ, ਜਦੋਂ ਕਿਤੇ ਭਾਵਨਾ ਵਾਲੇ ਗੁਰਮੁਖ ਪਿਆਰੇ ਮਹਾਤਮਾ ਕਮਾਈ ਵਾਲੇ ਤੋਂ ਸੁਣ ਲਈਏ, ਉੱਥੇ ਸ਼ਾਂਕਿਆਂ ਦਾ ਨਾਸ ਹੋ ਜਾਂਦਾ। ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ 23 ਕਥਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕੀਤੀਆਂ, ਨਾਲ ਦੀ ਨਾਲ ਉਹ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਵੀ ਆਰੰਭ ਰੱਖਦੇ ਸਨ। ਸ੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਵਿਦਿਆਰਥੀਆਂ ਨੂੰ ਇਹ ਕਥਾ ਪੜ੍ਹਾਉਂਦੇ ਰਹੇ।
ਸ਼੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰਾਂ ਵਾਲੇ, ਉਹਨਾਂ ਨੇ ਵੀ ਦਸਮ ਦੀਆਂ ਕਥਾ ਕੀਤੀਆਂ, ਪੜ੍ਹਾਈਆਂ। ਅੱਗੇ ਵਿਦਿਆਰਥੀਆਂ ਨੂੰ ਫਿਰ ਉਹ ਅਰਥ ਵੀ ਲਿਖਤੀ ਰੂਪ ਦੇ ਵਿੱਚ ਦਿੱਤੇ। ਦਾਸ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿਖੇ ਜਦੋਂ ਕਥਾਵਾਚਕ ਦੀ ਡਿਊਟੀ ਕਰ ਰਿਹਾ ਸੀ, ਉੱਥੇ ਕੁਝ ਲੋਕਾਂ ਦਾ ਪ੍ਰਭਾਵ ਇਹੋ ਜਿਹਾ ਸੀ ਜਿਹੜੇ ਕਿ ਐਸੀ ਸੰਪਰਦਾਇ ਤੇ ਟਕਸਾਲ ਦੀ ਵਿਚਾਰ ਨੂੰ ਕੱਟਣ ਵਾਲੇ ਸਨ। ਇੱਕ ਬਜ਼ੁਰਗ ਆ ਕਰਕੇ ਕਹਿਣ ਲੱਗਿਆ, ਜੀ ਮੈਂ ਦਸਮ ਗ੍ਰੰਥ ਦੀ ਸੰਥਾ ਕਰਨੀ ਹੈ। ਦਸਮ ਗ੍ਰੰਥ ਦੀ ਸੰਥਾ ਉਹਨੇ ਸ਼ੁਰੂ ਕਰ ਲਈ। ਘਰੋਂ ਉਹ ਟੀਕੇ ਪੜ੍ਹ ਕੇ ਆਇਆ ਕਰੇ ਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਿਆ ਕਰੇ। ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਨਾਲ ਟਕਸਾਲ ਵਿੱਚ ਜਿਹੜੇ 4 ਅਕਸ਼ਰ ਪੜ੍ਹੇ, ਓਨੀ ਕੁ ਦੀ ਤਸੱਲੀ ਕਰਵਾ ਦੇਣੀ, ਤੇ ਜਦੋਂ ਕੋਈ ਬਹੁਤ ਉਹਨੇ ਗੋਝ ਅਰਥ ਪੁੱਛਣ ਲੱਗ ਜਾਣਾ, ਫਿਰ ਮਹਾਂਪੁਰਖਾਂ ਦੀਆਂ ਕਾਪੀਆਂ ਦੇਖ ਲੈਣੀਆਂ। ਜਦੋਂ ਕਾਪੀ ਦਾ ਅਰਥ ਕਰਕੇ ਉਹਨੂੰ ਸੁਣਾਉਣਾ, ਉਹਨੇ ਕਹਿਣਾ ਇਹ ਤੇ ਕਿਸੇ ਸਟੀਕ ਵਿੱਚੋਂ ਨਹੀਂ ਮਿਲਿਆ, ਆਹ ਅਰਥ ਨੇ ਮੇਰੀ ਤਸੱਲੀ ਕਰਵਾ ਦਿੱਤੀ। ਜਦੋਂ ਉਹ ਦਸਮ ਦੀ ਸੰਥਾ ਸੰਪੂਰਨ ਹੋਈ ਤੇ ਕਹਿੰਦਾ, ਮੈਂ ਦਾਅਵੇ ਨਾਲ ਕਹਿ ਸਕਦਾ ਕਿ ਦਸਮ ਗ੍ਰੰਥ ਦੀ ਬਾਣੀ ਵਿੱਚ ਇੱਕ ਤੁਕ ਵੀ ਇਹੋ ਜਿਹੀ ਨਹੀਂ ਜਿਹੜੀ ਗੁਰਮਤਿ ਦੇ ਪ੍ਰਤੀਕੂਲ ਹੋਵੇ। ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੇ ਨੂੰ ਮੁੱਖ ਰੱਖ ਕੇ ਕਲਗੀਧਰ ਪਾਤਸ਼ਾਹ ਨੇ ਇਹ ਬਾਣੀ ਦਾ ਉਚਾਰਨ ਕੀਤਾ। ਕਹਿਣ ਤੋਂ ਭਾਵ ਕਿ ਜਿਹੜੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀਆਂ ਚਲਾਈਆਂ ਟਕਸਾਲਾਂ ਸੰਪਰਦਾਵਾਂ ਦੇ ਅਰਥ ਨੇ, ਇਹ ਸਾਡੇ ਸ਼ੰਕੇ ਦੂਰ ਕਰਦੇ ਨੇ। ਦੂਜੇ ਪਾਸੇ ਜਾਈਏ ਤੇ ਲੋਕ ਸ਼ੰਕਿਆਂ ਦੇ ਭਰੇ ਇੱਕ ਇੱਕ ਤੁਕ ਕੱਢ ਕੇ ਵਿੱਚੋਂ ਰੱਖ ਦਿੰਦੇ, ਜੀ ਇਹਦਾ ਅਰਥ ਕਰੋ। ਗੁਰਬਾਣੀ ਦੇ ਅੰਦਰ ਵੀ ਕੁਝ ਸ਼ਬਦ ਸਤਿਗੁਰੂ ਜੀ ਨੇ ਐਸੇ ਅੰਕਿਤ ਕੀਤੇ ਨੇ ਜਿਨ੍ਹਾਂ ਦਾ ਸਿਧਾਂਤ ਜਾ ਕੇ ਅਖੀਰਲੀ ਪੰਕਤੀ ਤੇ ਕੱਢਿਆ। ਹੁਣ ਇਹੀ ਸ਼ਬਦ ਹੈ, ਲੈ ਲਓ, ਮਾਸ ਮਾਸ ਕਰ ਮੂਰਖ ਝਗੜੇ। ਇਹਦੇ ਵਿੱਚ ਬਹੁਤ ਲੋਕਾਂ ਦੀਆਂ ਤਰਕਾਂ ਉੱਠਦੀਆਂ ਨੇ। ਸਾਰਾ ਸ਼ਬਦ ਜਦੋਂ ਪੜਾਂਗੇ, ਅਖੀਰ ਵਿੱਚ ਸਤਿਗੁਰੂ ਪਾਤਸ਼ਾਹ ਨੇ ਕੀ ਨਿਚੋੜ ਕੱਢ ਦਿੱਤਾ, ਏਤੇ ਰਸ ਛੋੜ ਹੋਵੇ ਸੰਨਿਆਸੀ ਤੋ ਨਾਨਕ ਕਹੈ ਵਿਚਾਰ। ਉੱਪਰ ਜਿੰਨੇ ਸ਼ਬਦ ਵਿੱਚ ਰਸਾਂ ਕਸ਼ਾਂ ਦਾ ਜ਼ਿਕਰ ਕੀਤਾ, ਇੰਨਿਆਂ ਦਾ ਤਿਆਗ ਕਰਕੇ ਕੋਈ ਸੰਨਿਆਸੀ ਹੋ ਸਕਦਾ। ਇੱਕ ਪੰਕਤੀ ਕੱਢੋ ਤੇ ਉਹਦਾ ਤੇ ਅਰਥ, ਅਖਰੀ ਅਰਥ ਜਿਹੜਾ ਹੋਣਾ ਉਹੀ ਬਣੇਗਾ। ਉਹਦਾ ਸਿਧਾਂਤ ਦੇਖੋ, ਸਾਰੇ ਸ਼ਬਦ ਨੂੰ ਪੜ੍ਹ ਕਰਕੇ ਫਿਰ ਸੋਝੀ ਪੈ ਜਾਂਦੀ ਹੈ। ਇਸ ਲਈ ਚਰਿਤਰਾਂ ਦੇ ਵਿੱਚੋਂ ਇੱਕ ਪੰਕਤੀ ਕੱਢ ਕੇ ਲਿਖ ਦੇਣੀ, ਜੀ ਇਹਦਾ ਕੀ ਅਰਥ ਹੈ, ਇਹਦਾ ਕੀ ਅਰਥ ਹੈ। ਕਲਗੀਧਰ ਪਾਤਸ਼ਾਹ ਨੇ ਸਾਨੂੰ ਸਿਖਾਇਆ ਵੀ ਮੇਰੇ ਪੁੱਤਰੋ ਗੁਰਸਿੱਖੋ, ਫਲਾਨਾ ਰਾਜਾ ਇਸ ਤਰ੍ਹਾਂ ਛਲਿਆ ਗਿਆ। ਫਲਾਨਾ ਜਿਹੜਾ ਭਗਤੀ ਕਰਨ ਵਾਲਾ, ਭਗਤ ਕਹਾਉਣ ਵਾਲਾ ਭਗਤ ਸੀ, ਇਸ ਤਰ੍ਹਾਂ ਛਲ ਲਿਆ। ਫਲਾਨੇ ਨੂੰ ਇਸ ਤਰ੍ਹਾਂ ਇਹ ਤਰੀਮਤਾਂ ਨੇ ਛਲ ਲਿਆ ਤੇ ਤੂੰ ਇਸ ਤਰ੍ਹਾਂ ਬਚ ਕਰਕੇ ਰਹਿਣਾ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਨੇ ਜਿਵੇਂ ਇੱਕ ਪਿਆਰੇ ਪੁੱਤਰ ਨੂੰ ਪਿਤਾ ਸਮਝਾਉਂਦਾ, ਗੋਦ ਵਿੱਚ ਬਿਠਾ ਕਰਕੇ ਉਹਦੇ ਭਲੇ ਵਾਸਤੇ ਹੁੰਦਾ, ਕਲਗੀਧਰ ਪਾਤਸ਼ਾਹ ਨੇ ਜੋ ਵੀ ਸਿੱਖਿਆ ਸਾਨੂੰ ਸ੍ਰੀ ਗੁਰੂ ਦਸਮ ਗ੍ਰੰਥ ਦੇ ਅੰਦਰ ਬਖਸ਼ੀਆਂ ਨੇ, ਇਹ ਸਾਡੇ ਭਲੇ ਵਾਸਤੇ ਨੇ। ਕਿਤੇ ਇਸ ਤਰ੍ਹਾਂ ਦੇ ਨਾਲ ਮਿਲ ਕਰਕੇ ਗੁਰਮੁਖ ਮਹਾਤਮਾ ਦੇ ਕੋਲੋਂ ਵਿਚਾਰ ਸੁਣੀ ਜਾਵੇ ਤਾਂ ਸਾਧ ਸੰਗਤ ਜੀ ਤਸੱਲੀਆਂ ਹੋ ਜਾਂਦੀਆਂ। ਸਤਿਕਾਰਯੋਗ ਸ਼੍ਰੀਮਾਨ ਸੰਤ ਗਿਆਨੀ ਹਰਭਜਨ ਸਿੰਘ ਜੀ ਢੁੱਡੀ ਕੇ ਇਹ ਵਧਾਈ ਦੇ ਪਾਤਰ ਹਨ। ਦੁਨੀਆ ਵਿੱਚ ਅੱਜ ਤੱਕ ਕਿਸੇ ਨੇ ਦਸਮ ਗ੍ਰੰਥ ਦੀ ਜਿਹੜੀ ਕਥਾ ਰਿਕਾਰਡਿੰਗ ਨਹੀਂ ਕੀਤੀ। ਲੋਕ ਡਰਦੇ ਨੇ ਵੀ ਪਤਾ ਨਹੀਂ ਕੀ ਕੁਝ ਹੋ ਜਾਣਾ ਕਰੇਗਾ, ਤੇ ਮਹਾਂਪੁਰਖ ਦੱਸ ਰਹੇ ਸਨ, ਜੇ ਭਾਵਨਾ ਹੈ ਸਾਡੀ ਗੁਰੂ ਦੇ ਉੱਪਰ, ਫਿਰ ਲੋਕ ਜੋ ਮਰਜ਼ੀ ਕਰਦੇ ਫਿਰਨ। ਇਸ ਲਈ ਸਾਰੀ ਕਥਾ ਰਿਕਾਰਡਿੰਗ ਕੀਤੀ ਗਈ ਹੈ, ਜਿਹੜੀ ਦਾਸ ਵਰਗੇ ਵਿਦਿਆਰਥੀਆਂ ਨੂੰ ਬਹੁਤ ਲਾਭਦਾਇਕ ਹੋਵੇਗੀ। ਇਸ ਤਰ੍ਹਾਂ ਦੀਆਂ ਜਿਹੜੀਆਂ ਕਥਾ ਨੇ ਸੰਪਰਦਾਇ ਟਕਸਾਲ ਦੇ ਅੰਦਰ ਕਲਗੀਧਰ ਪਾਤਸ਼ਾਹ ਦੀਆਂ ਚਲਾਈਆਂ ਟਕਸਾਲਾਂ ਸਦਾ ਵਾਸਤੇ ਇਥੋਂ ਜਿਹੜੇ ਵਿਦਿਆਰਥੀ ਵਿਦਿਆ ਪੜ੍ਹ ਕਰਕੇ ਮਹਾਨ ਗੁਰਮਤਿ ਦਾ ਪ੍ਰਚਾਰ ਕਰਦੇ ਰਹਿਣ। ਸਤਿਗੁਰੂ ਪਾਤਸ਼ਾਹ ਜੀ ਦੇ ਮੁਬਾਰਕਬਾਦ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਹੈ, ਸਤਿਗੁਰੂ ਪਾਤਸ਼ਾਹ ਇਹਨਾਂ ਮਹਾਂਪੁਰਖਾਂ ਨੂੰ ਆਪ ਜੀ ਨੇ ਤੰਦਰੁਸਤੀਆਂ ਬਖਸ਼ਣੀਆਂ, ਹੋਰ ਮਹਾਨ ਗੁਰਮਤਿ ਦਾ ਪ੍ਰਚਾਰ ਤੇ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਆਪ ਜੀ ਨੇ ਬਲ ਬਖਸ਼ਿਸ਼ ਕਰਨਾ। ਦਾਸ ਤੋਂ ਪਹਿਲਾਂ ਬਹੁਤ ਹੀ ਮੇਰੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਆਪ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਗਏ ਨੇ। ਦਾਸ ਨੇ ਤੇ ਕਿਹਾ ਸੀ ਵੀ ਜਿੱਥੇ ਆਪ ਜੀ ਨੇ ਬੋਲ ਲਿਆ ਤੇ ਬਾਅਦ ਵਿੱਚ ਕੁਝ ਬਾਕੀ ਨਹੀਂ ਰਹਿ ਜਾਂਦਾ,
ਉਹਨਾਂ ਦਾ ਹੁਕਮ ਤੇ ਮਹਾਂਪੁਰਖਾਂ ਦਾ ਹੁਕਮ ਹੈ। ਇੰਨਾ ਕੁ ਸਮਾਂ ਆਪ ਸੰਗਤਾਂ ਨੇ ਦਾਸ ਦਾ ਪ੍ਰਵਾਨ ਕਰਨਾ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਗੁਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਦਸਮ ਕਥਾ ਭਗਵਤ ਕੀ, ਭਾਖਾ ਕਰੀ ਬਨਾਏ। ਅਵਰ ਵਾਸਨਾ ਨਾਹੇ ਪ੍ਰਭ, ਧਰਮ ਜੁਧ ਕੇ ਚਾਏ। ਸਗਲ ਦਵਾਰ ਕੋ ਛਾੜ ਕੇ, ਗਏ ਹੋ ਤੁਹਾਰੋ ਦਵਾਰ। ਬਾਹੇ ਗਾਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਪਰਮ ਸਤਿਕਾਰਯੋਗ ਗੁਰੂ ਪੰਥ, ਗੁਰੂ ਖਾਲਸਾ, ਗੁਰੂ ਕੀਆਂ ਸਿੱਖ ਸੰਗਤਾਂ, ਪਿਆਰ ਸਹਿਤ ਗੁਰੂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਣ ਕਾ ਇਹ ਸੁਭਾਉ, ਜਨ ਕਾ ਸੰਗ ਚਿਤੇ ਆਵੈ ਨਾਉ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਭਾਵ ਭਗਤੀ ਸਿਮਰਨ ਵਾਲੇ ਮਹਾਨ ਸ਼ਖਸੀਅਤ ਸੱਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਉਜਾਗਰ ਸਿੰਘ ਜੀ, ਉਹਨਾਂ ਸਤਿਪੁਰਖਾਂ ਦੀ ਪਾਵਨ ਮਿੱਠੀ ਪਿਆਰੀ ਯਾਦ। ਆਪ ਗੁਰੂ ਕੀਆਂ ਸਿੱਖ ਸੰਗਤਾਂ, ਸਤਿਕਾਰਯੋਗ ਪੂਜਿਆਯੋਗ ਸੰਤ ਗਿਆਨੀ ਹਰਭਜਨ ਸਿੰਘ ਜੀ, ਉਹਨਾਂ ਦੇ ਉਦੋਂ ਉਪਰਾਲੇ ਦਾ ਸਦਕਾ ਹਾਜ਼ਰੀਆਂ ਭਰ ਰਹੇ ਹਾਂ। ਜੋ ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਚਨਾ, ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਮਹਾਰਾਜ ਦੀ ਜੋਤਮਈ ਬਾਣੀ ਦੀ ਅੰਮ੍ਰਿਤ ਕਥਾ, ਜੋ ਤਕਰੀਬਨ ਪੌਣੇ 3 ਸਾਲ ਤੋਂ ਬਾਬਾ ਜੀ ਹੋਣਾ ਨੇ ਆਰੰਭ ਕਰਕੇ ਜੋ ਅੱਜ ਤਾਈਂ ਸਤਿਗੁਰੂ ਪਾਤਸ਼ਾਹ ਜੀ ਨੇ ਕਥਾ ਦੀ ਸੰਪੂਰਨਤਾ ਬਖਸ਼ਿਸ਼ ਕਰਵਾਈ ਹੈ। ਵਡਭਾਗੀ ਹਾਂ ਜੋ ਇਸ ਸਮੇਂ ਤੇ ਮਹਾਨ ਸ਼ਖਸੀਅਤਾਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀਆਂ ਰਹਿਮਤਾਂ ਬਖਸ਼ਿਸ਼ਾਂ ਪ੍ਰਾਪਤ ਕਰਨ ਵਾਲੇ, ਗੁਰੂ ਦੇ ਦਰ ਤੋਂ ਰਹਿਮਤਾਂ ਲੈ ਕੇ ਆਏ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸਾਹਿਬਾਨ, ਜਿਨ੍ਹਾਂ ਨੇ ਇਸ ਸਮੇਂ ਤੇ ਆਣ ਕੇ ਹਾਜ਼ਰੀ ਭਰੀ। ਸਿੰਘ ਸਾਹਿਬ ਗਿਆਨੀ ਗੁਰਵਿੰਦਰ ਸਿੰਘ ਜੀ, ਉਹਨਾਂ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਰਚਨਾ ਦੇ ਬਾਬਤ ਗੁਰੂ ਕੀਆਂ ਸੰਗਤਾਂ ਦੇ ਤਾਈਂ, ਜਿਨ੍ਹਾਂ ਦੇ ਕੰਨਾਂ ਦੇ ਦਰਵਾਜ਼ੇ ਤਖਤੇ ਭਿੜੇ ਹੋਏ ਹੈ ਨਾ, ਉਹਨਾਂ ਨੂੰ ਖੋਲ੍ਹਣ ਵਾਸਤੇ ਉਹਨਾਂ ਨੇ ਅੱਜ ਇਹ ਮਹਾਨ ਉਪਰਾਲਾ ਕੀਤਾ ਹੈ। ਤੇ ਕਲਗੀਧਰ ਪਾਤਸ਼ਾਹ ਜੀ ਦੀ ਜੋ ਮਹਾਨ ਰਚਨਾ ਸੱਚੇ ਪਾਤਸ਼ਾਹ ਨੇ ਰਚ ਕੇ ਸਤਿਯੁਗ, ਤ੍ਰੇਤਾ, ਦੁਆਪਰ 4 ਯੁੱਗਾਂ ਦੀ ਕਥਾ ਜੋ ਸਮੇਂ-ਸਮੇਂ ਤੇ ਗ੍ਰੰਥ ਰਚੇ ਗਏ ਸੀ, ਕਲਗੀਆਂ ਵਾਲੇ ਪਾਤਸ਼ਾਹ ਨੇ ਦਸੋਂ ਮਹਾਰਾਜ ਦੀ ਬਾਣੀ ਵਿੱਚ ਇਹ ਰਚ ਕੇ ਇਹ ਮਹਾਨ ਖਜ਼ਾਨਾ ਆਪਣੇ ਖਾਲਸੇ ਨੂੰ, ਆਪਣੇ ਸਿੱਖਾਂ ਨੂੰ, ਮਾਨਵਤਾ ਨੂੰ ਸੱਚੇ ਪਾਤਸ਼ਾਹ ਜੀ ਨੇ ਬਖਸ਼ ਕੇ ਕਰਤਾਰਥ ਕੀਤਾ। ਅੱਜ ਦੇ ਅਜੋਕੇ ਸਮੇਂ ਵਿੱਚ ਜੋਗ ਸਿੰਘ ਸਾਹਿਬਾਂ ਨੇ ਵੀ ਇਹ ਦਰਸਾ ਦਿੱਤਾ ਹੈ, ਪਰ
ਐਸੇ ਜਿਹੜੇ ਗੁਰੂ ਕੀ ਬਾਣੀ ਦੇ ਨਿੰਦਕ ਹਨ, ਗੁਰੂ ਨਹੀਂ ਉਹਨਾਂ ਨੂੰ ਬਖਸ਼ਦਾ। ਗੁਰੂ ਕੀ ਸੰਗਤ, ਗੁਰੂ ਕਾ ਖਾਲਸਾ ਨਹੀਂ ਉਹਨਾਂ ਨੂੰ ਬਖਸ਼ਦਾ। ਗੁਰੂ ਅੱਗੇ ਅਰਦਾਸ ਹੈ ਕਿ ਜਿਹੜੇ ਗੁਰੂ ਕੀ ਬਾਣੀ ਦੇ ਨਿੰਦਕ ਹਨ ਉਹ ਆਪਣੀ ਭੁੱਲ ਬਖਸ਼ਾਉਣ ਤੇ ਕਲਗੀਧਰ ਪਾਤਸ਼ਾਹ ਮਾਂ ਦੀ ਰਚਨਾ ਰਚੀ ਹੋਈ ਨੂੰ ਗੁਰੂ ਦੀ ਰਚਨਾ ਕਰਕੇ ਮੰਨ ਕੇ ਆਪਣੇ ਮਨੁੱਖ ਜਾਮੇ ਨੂੰ ਸਫਲ ਕਰ ਲੈਣ। ਨਿੰਦਕ ਪੁਰਸ਼ ਜਿਹੜਾ ਹੈ ਗੁਰੂ ਕੀ ਬਾਣੀ ਦਾ ਜਾਂ ਰੱਬ ਦੇ ਪਿਆਰੇ ਦਾ, ਉਹ ਨਹੀਂ ਜੇ ਬਖਸ਼ਿਆ ਜਾਂਦਾ। ਮਹਾਰਾਜ ਬਾਣੀ ਵਿੱਚ ਵੀ ਪ੍ਰਮਾਣ ਦਿੰਦੇ ਆ ਨਾ, ਅਬ ਖੁਦ ਸਭੇ ਕੀਤਿਆਂ ਨਿੰਦਕ ਕਾ ਦਾਰੂ ਨਾ। ਹੋਰ ਇਲਾਜ ਹੋ ਜਾਂਦੇ ਨੇ, ਬਖਸ਼ੇ ਜਾਂਦੇ ਨੇ ਪਾਪੀ ਅਪਰਾਧੀ, ਪਰ ਨਿੰਦਿਆ ਵਾਲੇ ਨੂੰ ਇਹ ਫਲ ਭੋਗਣਾ ਪੈਂਦਾ ਹੈ। ਜਿਹੜੇ ਗੁਰੂ ਕੀ ਬਾਣੀ ਦੇ ਨਿੰਦਕ ਨੇ ਉਹ ਆਪਣੇ ਜੀਵਨ ਯਾਤਰਾ ਦੇ ਨਰਕਾਂ ਦੇ ਦਰਵਾਜ਼ੇ ਖੋਲ ਰਹੇ ਨੇ, ਤੇ ਜਦੋਂ ਸਰੀਰ ਕਰਕੇ ਜਾਣਗੇ ਜਿਹੜੇ ਜਮਦੂਤ ਨੇ ਉਹਨਾਂ ਨੂੰ ਉਡੀਕ ਰਹੇ ਨੇ। ਇਹ ਕੋਈ ਅਕਤ ਕਥਨੀ ਨਹੀਂ। ਜਿਹੜੇ ਵੀ ਨਿੰਦਕ ਹੋਏ ਨੇ ਗੁਰੂ ਨੇ ਉਹਨਾਂ ਨੂੰ ਸਜ਼ਾਵਾਂ ਵੀ ਭੁਗਤਾਈਆਂ ਨੇ। ਗੁਰੂ ਸਾਹਿਬਾਂ ਦਾ ਇਤਿਹਾਸ ਪੜ੍ਹ ਗਏ, ਵਿਚਾਰ ਗਏ, ਨਾਲ ਨਾਲ ਸਾਰੇ ਬਚਨ ਸੰਬੰਧਿਤ ਹੁੰਦੇ ਨੇ। ਮਹਾਰਾਜ ਕਿਰਪਾ ਕਰਨ ਐਸੇ ਜਿਹੜੇ ਗੁਰੂ ਕੀ ਬਾਣੀ ਦੇ ਨਿੰਦਕ ਹਨ, ਕਿਉਂਕਿ ਅੱਜ ਮੀਡੀਆ ਦਾ ਯੁੱਗ ਹੈ, ਮੀਡੀਆ ਵਾਲੇ ਵੀ ਉਹਨਾਂ ਨੂੰ ਜਾਣੋ ਕਿ ਸਿੱਖ ਪੰਥ ਦੇ ਵਿੱਚ ਦੁਬਿਧਾ ਪਾਉਣ ਲਈ ਉਹ ਵੀ ਪਹਿਲ ਦੇ ਦਿੰਦੇ ਨੇ। ਪਰ ਇਹ ਜੋ ਗੁਰੂ ਕਾ ਪੰਥ ਹੈ ਤੇ ਗੁਰੂ ਕੀ ਬਾਣੀ ਹੈ, ਇਹ ਸਦਾ ਹੀ ਅਟਲ ਹੈ ਤੇ ਜੁਗੋ ਜੁਗ ਗੁਰੂ ਕੀ ਬਾਣੀ ਅਟਲ ਹੈ ਤੇ ਗੁਰੂ ਕਾ ਪੰਥ ਵੀ ਅਟਲ ਹੈ। ਇਸ ਦਾ ਕੋਈ ਵਿਗਾੜ ਨਹੀਂ ਸਕਦਾ। ਮਹਾਰਾਜ ਕਿਰਪਾ ਕਰਨ ਐਸੇ ਜਿਹੜੇ ਭੁੱਲੇ ਨੇ ਉਹਨਾਂ ਨੂੰ ਵੀ ਸਮਤ ਆ ਜਾਵੇ। ਇਸ ਵਾਸਤੇ ਆਪ ਜੀ ਜਾਣਦੇ ਹੋ ਮਾਝੇ ਦੇ ਵਿੱਚ ਸਭਰਾ ਨਗਰ ਹੈ, ਜਿਸ ਅਸਥਾਨ ਦੀ ਸੇਵਾ ਸੰਭਾਲ ਬਾਬਾ ਦਇਆ ਸਿੰਘ ਸਾਹਿਬ ਹੋਣਾ ਕੋਲ ਸਮੁੱਚੇ ਨਗਰ ਨੇ ਜੋ ਬੇਨਤੀ ਕੀਤੀ, ਉਸ ਸਮੇਂ ਤੋਂ ਲੈ ਕੇ ਉਸ ਅਸਥਾਨ ਦੀ ਸੇਵਾ ਸੰਭਾਲ ਮਹਾਰਾਜ ਦੇ ਨਵੇਂ ਦਰਬਾਰ, ਨਵੀਆਂ ਇਮਾਰਤਾਂ, ਲੰਗਰ ਹਾਲ, ਜੋ ਵੀ ਮਹਾਰਾਜ ਪਾਤਸ਼ਾਹ ਜੀ ਨੇ ਬਖਸ਼ੇ ਕੀਤੀ ਹੈ ਉਹ ਸੇਵਾ ਚੱਲ ਰਹੀ ਹੈ। ਉੱਥੋਂ ਦੇ ਤਕਰੀਬਨ 4-5 ਨਿੰਦਕ ਨੇ। ਅਰਦਾਸ ਹੈ ਗੁਰੂ ਦੇ ਮਹਾਰਾਜ ਦੇ ਚਰਨਾਂ ਵਿੱਚ, ਉਹ ਵੀ ਅਖਬਾਰਾਂ ਦੇ ਵਿੱਚ ਇਹੋ ਜਿਹੇ ਉਛਾਲੇ ਮਾਰ ਰਹੇ ਨੇ, ਪਰ ਕੁਝ ਨਹੀਂ ਉਹ ਵਿਗਾੜ ਸਕਣਗੇ। ਸਤਿਗੁਰ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਇਸ ਲਈ ਇਸ ਸਮੇਂ ਤੇ ਜੋ ਮਹਾਨ ਸ਼ਖਸੀਅਤਾਂ ਗੁਰੂ ਕਾ ਪੰਥ ਸਾਜੇ ਨਵਾਜੇ ਮਹਾਂਪੁਰਖ ਆਏ ਨੇ, ਧੰਨ ਧੰਨ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਸੰਪਰਦਾਇ ਦੇ ਦਲ ਵਹੀਰ ਦੇ ਮੁਖੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ, ਜਿਨ੍ਹਾਂ ਮਹਾਂਪੁਰਖਾਂ ਨੇ ਆਜ ਜ਼ਰੂਰੀ ਆਉਣਾ ਸੀ, ਪਰ ਬੇਅੰਤ ਕਾਰਜ ਗੁਰੂ ਘਰ ਦੇ ਹੋਣੇ ਕਰਕੇ ਹਾਜ਼ਰੀ ਲਾਉਣ ਲਈ ਉਹਨਾਂ ਨੇ ਆਪਣੇ ਦਲ ਪੰਥ ਦੇ ਸੇਵਾਦਾਰ ਭੇਜੇ ਨੇ। ਸਤਿਗੁਰ ਪਾਤਸ਼ਾਹ ਕਿਰਪਾ ਕਰਨ। ਤੁਰਨ ਲੱਗੇ ਬਾਬਾ ਜੀ ਭਜਨ ਕਰਨ ਕਰਦੇ ਸੀ ਕਿ ਸੰਤਾਂ ਨੇ ਜੋ ਬੜਾ ਉਦੋਂ ਉਪਰਾਲਾ ਕੀਤਾ ਹੈ, ਦਸਮ ਮਹਾਰਾਜ ਦੀ ਬਾਣੀ ਦੇ ਪ੍ਰਚਾਰ ਨੂੰ ਬੜੀ ਵਿਸ਼ਾਲਤਾ ਦੇ ਵਿੱਚ ਲਿਆਂਦਾ ਹੈ। ਇਸੇ ਤਰ੍ਹਾਂ ਅਸੀਂ ਸੰਤਾਂ ਦੇ ਨਾਲ ਹਾਂ, ਗੁਰੂ ਕੇ ਪੰਥ ਦੇ ਨਾਲ ਹਾਂ। ਜਿੱਥੇ ਜਿੱਥੇ ਵੀ ਗੁਰੂ ਮਹਾਰਾਜ ਦੀ ਕਿਰਪਾ ਦੁਆਰਾ ਅਬਚਲ ਨਗਰ ਸੱਚਖੰਡ ਹਜ਼ੂਰ ਸਾਹਿਬ ਜੀ ਤੇ ਤਖਤਾਂ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਜੀ ਦੀ ਰਚਨਾ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਪ੍ਰਕਾਸ਼ ਸਤਿਗੁਰਾਂ ਦੇ ਨਾਲ ਸੁਭਾਏਮਾਨ ਹਨ। ਉੱਥੇ ਦਲ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਸੰਪਰਦਾ ਦੇ ਜਿੰਨੇ ਵੀ ਅਸਥਾਨ ਹਨ, ਸਤਿਗੁਰਾਂ ਦੇ ਪ੍ਰਕਾਸ਼ ਹਨ। ਅਖੰਡ ਪਾਠਾਂ ਦੀਆਂ ਲੜੀਆਂ ਚੱਲਦੀਆਂ ਨੇ, ਮਹੱਲਿਆਂ ਤੇ ਜਾ ਕੇ ਅਖੰਡ ਪਾਠ ਕੀਤੇ ਜਾਂਦੇ ਨੇ, ਤੇ ਦਲ ਦੇ ਵਿੱਚ ਦਸੋ ਮਹਾਰਾਜ ਦੀ ਬਾਣੀ ਦੀ ਕਥਾ, ਅੰਮ੍ਰਿਤ ਵੇਲੇ ਆਦਿ ਮਹਾਰਾਜ ਦੀ ਬਾਣੀ ਦੀ ਕਥਾ, ਦੁਪਹਿਰ ਦੇ ਸਮੇਂ
ਕਲਗੀਧਰ ਪਾਤਸ਼ਾਹ ਜੀ ਦੀ ਰਚਨਾ ਦੀ ਬਾਣੀ ਦੀ ਕਥਾ ਦਾ ਪ੍ਰਵਾਹ ਚੱਲਦਾ ਹੈ, ਅਸਥਾਨਾਂ ਤੇ ਵੀ ਚੱਲਦਾ ਹੈ। ਬਾਬਾ ਜੀ ਬਹੁਤ ਵੱਡਾ ਤੁਸਾਂ ਨੇ ਉਦਮ ਉਪਰਾਲਾ ਕੀਤਾ ਹੈ। ਸਤਿਕਾਰਯੋਗ ਬਾਬਾ ਅਵਤਾਰ ਸਿੰਘ ਸਾਹਿਬ ਜੀ ਗੁਰੂ ਪੰਥ ਦੀ ਸੇਵਾ ਵਿੱਚ ਸਦਾ ਲਈ ਤਤਪਰ ਹਨ। ਗੁਰੂ ਕੀ ਬਾਣੀ ਦੇ ਪ੍ਰਚਾਰ ਪ੍ਰਸਾਰ ਦੇ ਲਈ ਤਿਆਰ ਹਨ। ਮਹਾਰਾਜ ਕਿਰਪਾ ਕਰਨ, ਜਿੱਥੇ ਬਾਬਾ ਜੀ ਹੋਣਾ ਨੇ ਲੜੀਵਾਰ ਇਹ ਕਥਾ ਜੁੱਧਮਈ ਬਾਣੀ ਕਲਗੀਧਰ ਪਾਤਸ਼ਾਹ ਦੀ ਰਚਨਾ ਦੀ ਸੰਗਤਾਂ ਨੂੰ ਸਰਵਣ ਕਰਾਈ ਹੈ। ਅਰਦਾਸ ਕਰੀਏ ਗੁਰੂ ਚਰਨਾਂ ਦੇ ਵਿੱਚ ਬਾਬਾ ਜੀ ਹੋਣਾ ਨੂੰ ਸਤਿਗੁਰੂ ਜੀ ਲੰਮੀਆਂ ਉਮਰਾਂ ਬਖਸ਼ਣ। ਇਸੇ ਤਰ੍ਹਾਂ ਗੁਰੂ ਕੀ ਸਿੱਖੀ ਦੇ ਪ੍ਰਚਾਰ ਦੀ ਜੋ ਮਹਾਨ ਸੇਵਾ ਚੱਲ ਰਹੀ ਹੈ, ਇਦੋਂ ਵੀ ਆਪਾਂ ਵਿਸ਼ਾਲਤਾ ਦੇ ਵਿੱਚ ਚੱਲੀਏ। ਪਿਛਲੇ ਸਮੇਂ ਬਾਬਾ ਅਵਤਾਰ ਸਿੰਘ ਸਾਹਿਬ ਹੋਣਾ ਨੂੰ ਯੂਕੇ ਇੰਗਲੈਂਡ ਦੀ ਸੰਗਤ ਨੇ ਵੀ ਯਾਦ ਕੀਤਾ। ਬਾਬਾ ਜੀ ਬੜੇ ਉਤੇ ਪ੍ਰਸੰਨ ਹੋ ਕੇ ਆਏ। ਉਹਨਾਂ ਨੇ ਨਾਲ ਬੇਨਤੀ ਕੀਤੀ, ਬਾਬਾ ਜੀ ਜਿੱਥੇ 5 ਪਿਆਰਿਆਂ ਨੂੰ ਨਾਲ ਲੈ ਕੇ ਆਏ ਹੋ, ਇੱਥੇ ਦਸੋਂ ਮਹਾਰਾਜ ਦੀ ਬਾਣੀ ਦਾ ਅਖੰਡ ਪਾਠ ਵੀ ਕੀਤਾ ਜਾਵੇ। ਯੂਕੇ ਲੰਡਨ ਦੇ ਨੇੜੇ ਜੋ ਗੁਰੂ ਕੇ ਪਿਆਰੇ ਹੋਏ ਸ਼ਹਿਰ ਦੇ ਵਿੱਚ ਜੋ ਲੀਡਜ਼ ਸ਼ਹਿਰ ਹੈ, ਉਸ ਗੁਰਦੁਆਰੇ ਸਾਹਿਬ ਦਸੋਂ ਮਹਾਰਾਜ ਦੀ ਬਾਣੀ ਦੇ ਅਖੰਡ ਪਾਠ ਹੋਏ, ਕਥਾ ਕੀਰਤਨ ਦਾ ਪ੍ਰਵਾਹ ਚੱਲਿਆ। ਹੁਣ ਤਾਂ ਵਿਦੇਸ਼ਾਂ ਵਾਲੇ ਵੀ ਦਸੋਂ ਮਹਾਰਾਜ ਦੀ ਬਾਣੀ ਵੱਲੇ ਜਿਨ੍ਹਾਂ ਨੇ ਬਹੁਤ ਵੱਡਾ ਇਹ ਖਜ਼ਾਨਾ ਗੁਰੂ ਦਾ ਬਖਸ਼ਿਆ ਹੋਇਆ ਸਾਂਭ ਲਿਆ ਹੈ, ਤੇ ਕਿਤੇ ਆਪਾਂ ਜਿਹੜੇ ਇਹੋ ਜਿਹੇ ਲੋਕ ਹੈ ਨਾ, ਇਹਨਾਂ ਦੀ ਕੰਨਾਂ ਵਿੱਚ ਕਨਸੋਕ ਪਵੇ, ਅਸਰ ਨਹੀਂ ਕਰਨਾ। ਗੁਰੂ ਕੀ ਬਾਣੀ ਸਦਾ ਵਾਸਤੇ ਜੁਗੋ ਜੁਗ ਅਟਲ ਹੈ। ਸਤਿਗੁਰ ਪਾਤਸ਼ਾਹ ਕਿਰਪਾ ਕਰਨ। ਬਾਬਾ ਜੀ ਹੁਣਾਂ ਦਾ ਧੰਨਵਾਦ, ਗੁਰੂ ਕੀਆਂ ਸਿੱਖ ਸੰਗਤਾਂ ਦਾ ਧੰਨਵਾਦ। ਇਸ ਸਮੇਂ ਤੇ ਬਾਬਾ ਅਵਤਾਰ ਸਿੰਘ ਸਾਹਿਬ ਹੁਣਾਂ ਦੀ ਵੀ ਹਾਜ਼ਰੀ ਫਤਿਹ ਦੇ ਵਿੱਚ ਆਪ ਸੰਗਤਾਂ ਤਾਈਂ ਬੇਨਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਸਾਧੂ ਸਰਨੀ ਪਰੇ ਤਨ ਕੇ ਕਵਨ ਵਿਚਾਰ, ਦੰਤ ਜੀਵ ਜਿਵੇਂ ਰਾਖ ਹੈ, ਦੁਸ਼ਟ ਅਰਿਸ਼ਟ ਸੰਘਾਰ। ਦਸਾਂ ਹੀ ਪਾਤਸ਼ਾਹਾਂ ਜੀ ਦੀ ਕੀ ਆਤਮਿਕ ਜੋਤ ਪਵਿੱਤਰ ਸਰੂਪ ਹਾਜ਼ਰਾ ਹਜ਼ੂਰ ਜਹਾਰਾਜ ਹੋਰ कलजो के बोहित नाम बाणी के जहाज तख्त चौर छत्र के मालिक धन धन आद दसम सतगुरु ग्रंथ साहिब महाराज की पावन हजूरी विच महापुरुषों की पावन पवित्र याद के संबंध विच अते साहिब कमाल गुरु गोबिंद सिंह साहिब महाराज की महान पवित्र अमृत बाणी मुखारबिंद रचना दसम गुरु ग्रंथ साहिब महाराज की पावन भोगां ते एकत्र हुई गुरु प्यारी साध संग समूह ज्ञानी पुरुष महापुरुष सारे ही आप हाजरी लवाइए। आखो जी वाहिगुरू जी का खालसा, वाहिगुरू जी की फतेह। जिन्हां दी पावन याद मना रहे हैं, इन्हां बारे दसवें गुरु ग्रंथ साहिब विच पावन वाक ने, मुख वाक ने। ਇਹੋ ਜਿਹੇ ਮਹਾਂਪੁਰਸ਼ਾਂ ਦੀ ਜੋ ਸਰਨੀ ਪੈ ਜਾਂਦੇ, ਕਿਉਂਕਿ ਮਹਾਂਪੁਰਸ਼ਾਂ ਦੀ ਬਰਸੀ ਤੇ ਦਸਮ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਕਥਾ ਦਾ ਭੋਗ। ਇਹਨਾਂ ਮਹਾਂਪੁਰਸ਼ਾਂ ਬਾਰੇ ਦਸਮ ਪਾਤਸ਼ਾਹ ਜੀ ਕੀ ਕਹਿੰਦੇ ਨੇ? ਇਹੋ ਜਿਹੇ ਦੀ ਜਿਹੜੇ ਸਰਨੀ ਪੈ ਜਾਂਦੇ ਨਾ, ਤੇ ਉਹਨਾਂ ਨੂੰ ਮਾਰੇ ਪਾਪਾਂ ਤੋਂ ਆਏ ਰੱਖ ਲੈਂਦੇ ਪਰਮੇਸ਼ਰ, ਜਿਵੇਂ ਜੀਵ ਦਾ ਦੰਦਾਂ ਤੋਂ ਬਚਾਅ ਹੋ ਜਾਂਦਾ। ਹੋਰ ਸੰਤਾਂ ਬਾਰੇ ਕੀ ਕਿਹਾ? ਮਹਾਂਪੁਰਸ਼ਾਂ ਬਾਰੇ ਹਰ ਹਰ ਜਨ ਦੁਈ ਏਕ ਹੈ, ਬਿਵ ਵਿਚਾਰ ਕਛ ਨਾਹੀ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੇ। ਇਹ ਮਹਾਂਪੁਰਸ਼ਾਂ ਬਾਰੇ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਮੁੱਖ ਵਾਕ ਨੇ। ਬੇਅੰਤ ਬਾਣੀ ਅੰਤ ਪਾਇਆ ਨਹੀਂ ਜਾ ਸਕਦਾ। ਸੋ ਸਦਕੇ ਦੇ ਬਹੁਤ ਮਹਾਨ ਬਖਸ਼ਿਸ਼ ਹੋਈ ਸਾਡੇ ਇਲਾਕੇ ਤੇ। ਸਾਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਕਿ ਜਿੱਥੇ ਪਹਿਲਾਂ ਸੰਪਰਦਾਇ ਦਾ ਕੇਂਦਰੀ ਸਥਾਨ ਹੀ ਭਿੰਡਰਾਂ 'ਚ ਸਾਡੇ ਇਲਾਕੇ ਵਿੱਚ,
बहुत वड्डी माण वाली गल है इस इलाके ते, इस धरती ते मालवे दी ते। दूसरी गल होर आ कि दसम पातशाह की पावन पवित्र बाणी की छपाई भी इस धरती ते, इस मालवे की धरती ते हुई है प्रेस द्वारा महरो नगर विच। ये तुहानूं सारिआं नूं पता ही है। दूसरी होर वड्डी गल यह होगी, सोने ते सुहागे वाली गल हुई, उस महान पवित्र अमृत बाणी के संप्रदायी अर्थ भी इस धरती तो है मालवे दी ते अर्थ करने वाले दमदमी टकसाल तो भरोसा है, संप्रदाय तो भरोसा है, पंथ की महान हस्ती संत ज्ञानी गुरबचन सिंह जी खालसा पिंडरां वाले उन्हां तो भरोसा है, जिन्होंने अर्थ किए ने। संप्रदायी अर्थ साडे कोले सीना पसीना आ रहे हैं। ज्ञानी हरदीप सिंह होरां ने कहा सी पहला भी उन्होंने करारा जवाब मिल गया, जिहड़े कहिंदे सी इस समुची बाणी दे खास करके चरित्रां दे अर्थ आम संगत विच नहीं किए जा सकते, वो भी उन्होंने करारा जवाब मिल गया। इस तो पहला मैं होर एक बेनती कर दियां, ये तो ज्ञानी जी होरां ने अर्थ किए ने, बड़े सोझीवान ने, सतगुरां दी महान बख्शिश साधु महात्मा लोक ने, इन्हां कोल तां पावर ही ज़्यादा हुंदी महात्मा कोले। महाराज ने कहा भी ये परमेश्वर का ही रूप होंदे ने। इस तो पहला एक होर अर्थ टीका होया, टीका सटीक दसम गुरु ग्रंथ साहिब महाराज का। वो सटीक करने में एक बीबी ने समूलियत की, डॉक्टर रतन सिंह जग्गी। किसी समय होर तरह का ख्याल सी, पर उन्होंने सटीक किया। मैं डॉक्टर साहब ने मिलिया जाके पटियाले उन्होंने रिहायश से सटीक किया दसम गुरु ग्रंथ साहिब का, ते नाल उन्हां दी जिहड़ी धर्म पत्नी आ डॉक्टर की नाम बीबी दा गुरशरणजीत कौर जग्गी, चरित्रां दे अर्थ नाल कराए। मैं काफ़ी विचार की उन्हां नाल, सारे चरित्रां दे फटाफट उत्तर देई जांदे ने। मैनूं जो कुछ सी ना मैं जान के पुछां इन्हां बीबी कोलों, ते मैं कहा सानू होर वधिया गल, ते उस तो वधिया गल ये हुई सोने ते सुहागे वाली गल कि साडे महापुरुषां ने अर्थ करा दिते हैं। ते जिहड़े आ किंतु परंतु करन वाले गल हैगे ने ना लोक, इन्हां दी कोई सानू परवाह भी नहीं है। सो अंदर बैठे ही किंतु परंतु करी जांदे, किते स्टेजां ते आउण ते असीं सारे ही तां उन्हां नूं उत्तर की देना है, ऐ जे कल्ले ही बथेरे ने। ज्ञानी पूर्ण सिंह और दिल्ली वाले उत्थे दिल्ली बैठे ने, सामने आउंदे उत्तर देवे भी किहड़ा, उत्तर लो आओ साडे कोल बैठो। अज्ञानी जी बैठे ने। सो महाराज की बख्शिश है, कथावां हो रही ने, छपाइयां हो रही ने, रिकॉर्डिंगां हो रही ने। ये सतगुरां की महान महान बख्शिश है। सो सतगुरां दा बहुत बहुत शुकराना। सतगुरु सच्चू पातशाह ने महान कृपालता की है। इस जो संप्रदाय अर्थ साडे कोले आ गए हैं, सो इन्हां संप्रदाय अर्थां करके ज्ञानी जी का बहुत बहुत शुक्रिया, नमस्कार करते हैं। इन्हां साधुआं नूं नमस्कार करते हैं। कर साधु अंजलि पुन वड्डा है। इन्हूं नमस्कार करिए ज्ञानी जी होरां नूं सारे आपां, जिन्हां ने महान पवित्र अमृत बाणी के अर्थ सानूं रिकॉर्डिंग के रूप में भी मिल गए हैं, जिन्हां तो बहुत सारे साडे वर्गे जो कि मैनूं बड़ी लोड़ हुंदी इन्हां गल्लां ते छपाई विच लगे रहंदे आ। सब तो लाहा तो मैनू मिलना इन्हां दा, ते तुसीं सारिआं ने लेना लाहा। ते नमस्कार करते हैं, सतगुरु सच्चे पातशाह का शुकराना करते हैं भी ए जे विद्वान पंथ विच महाराज सच्चे पातशाह आप कृपालता करके पैदा करते ही रहो, ताकि संसार का संगत का संगतां दा भुलना हुंदा रहे। सो इतना ही हाज़री लिआउंदा खिमा दा जाजकां, भुलां चुकां दी खिमा करनी जी। वाहिगुरू जी का खालसा, वाहिगुरू जी की फतेह। करता पुरख निरभਉ निरवैर, अकाल मूरत अजूनी सैभं गुर प्रसाद जप। आद सच जगाद सच है भी सच, नानक होसी भी सच। धन 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 जन आया, जिस प्रसाद सब जगत तराया। जन आमन का यह सुआओ, जन कै संग चित आवै नाओ। आप मुक्त मुक्त करे संसार, नानक तिस जन को सदा नमस्कार। सतगुरां दी पावन पवित्र हजूरी विच
सारी संगत फतेह बुलाओ। वाहिगुरू जी का खालसा, वाहिगुरू जी की फतेह। संत बाबा उजागर सिंह जी महापुरुषों की सालाना याद विच आए हो। सब तो वड्डी बात भी जिहड़ा ये डेरा है, ये खानदानी डेरा है। एक खानदानी घर हुंदे आ, अड्डो अड्ड अपने पशुओं दी भी कैटागरियां, आई भाई संप्रदावां, जिवें हुण निर्मले संप्रदाय जां दमदमी टकसाल है, जां होर जिहड़ियां पुराणियां सीने बसीने चलियां आउंदियां टकसालां, ये साडे खानदानी घर है। जिहड़े खानदानी घर हुंदे आ ना, वो जिहड़ी आपदी सुभाव है उहनूं त्यागदे नहीं। संत ज्ञानी हरभजन सिंह जी, मैं इन्हों नेड़े होकर वेख्या, ये एक ऐसा निर्मल जाल है जिहड़े चुप कीते आपदी चाल चली जाते हैं। ना कोई बहुते इकट्ठां की लोड़, ना कोई बहुते अखबारां च, ना किसी पब्लिसिटी की लोड़। हुण देखो, दसम ग्रंथ की कथा ज्ञानी जी ने की, जिन्हों ने सुनी तो रिकॉर्डिंग हुई, अपने काम आऊगी। बहुत चिर दा रौला चलिया आउंदा है दसम ग्रंथ का। ये बारे मैं बहुता तो नहीं कहता, सतगुरां वेले भी ये रौला पिया सी, जिथे हुण टकसालां वाले अर्थ करते हैं 324वां चरित्र समाप्त मस्त शुभ मस्त, उथे इन्नी गल ही लिखी है। वो क्यों लिखी है? उथे कोई चरित्र नहीं लिखिया, कोई कहानी नहीं लिखी। उदों भी माता गुजरी जी कोले सिंह कट्ठे होके जा वड़े सी। ये सीने मसीने जिहड़ी चली आउंदी वो कथा है। जिहड़े हुण आम अज दे पढ़दे आ, उन्हां नूं इहदे बारे कोई पता नहीं। तां उस वक्त भी ये रौला पिया सी। जवद्दी सब तो पहला जिहड़ा रौला पाउण वाला दसम ग्रंथ दा, वो स्पोक्समैन अखबार का जिहड़ा एडिटर है, तां ओहदा काम सी आपदा बिजनेस चलाउणा ओनली। वो आपदा इहदे ते बिजनेस चला गया। तां उस वक्त जवद्दी संत अमीर सिंह दे एक बहुत वड्डा सैमीनार होया सी। बड़े बड़े विद्वान संत ज्ञानी हरनाम सिंह जी महते वाले, मैं भी गया सी उहदे विच, उदों भी रौला चलिया सी। तां उस वक्त ज्ञानी पूर्ण सिंह ने एक गल आखी सी, जिहड़े अपने अकाल तख्त दे जथेदार भी रहे हैं ते हरमंदर साहब के हैड ग्रंथी भी रहे हैं। उन्होंने ये गल आखी सी भी जदों असीं मनदे आ, सानूं इन्हां नूं समझाउण दी की लोड़ है। जदों किसी की विरोधता करांगे, जदों किसी दे अग डावांगे तो पानी उबलूगा। जदों असीं मनदे आ कि दसम ग्रंथ गुरु गोबिंद सिंह महाराज की रचना, सानूं किसी नूं समझाउण दी की लोड़ है। हुण ज्ञानी जी ना तो किसी अखबार च आए, ना किसी पेपर च आए। हाँ, जो असीं मनदे आ, कथा समाप्त करती, कथा का भोग पाता, गल रह गई टीका टिप्पणी की। जे गली दे विच दो कसूर होण ना तां गंद साफ हुंदा रहिंदा है। ये निंद कसूर की तरह हुंदे आ। देखो, सब तो वड्डियां बातां करदे आ साइंस दीयां। सब तो वड्डा दुनिया उत्ते साइंटिस्ट धर्म किहड़ा है? ईसाई धर्म है। इस वेले सब तो वध विग्यानी इहदे कोले है। सब तो वड्डी टेक्नोलॉजी इन्हां कोले है। सब तो वड्डी गिनती 100 ते 20 करोड़ संगत जी ईसाइयां दी है। इस धर्म चले नूं अज 2017 वरे हो गए हैं, 16। इत्थे धर्म चलिया कित्थों है? देखो, एडा साइंटिस्ट धर्म, एडा विग्यानक धर्म, जिहड़े साडे आ 2-4 उठ के बातां करदे आ ना, अंड-मंड बातां करदे आ, वटंदावाद पैदा करदे आ, उन्हां नूं इह समझना चाहिदा। हुण ईसाई धर्म चलिया कित्थों है? मूसे तो बाद यरूशलेम च होया अपना फलस्तीन दे विच जम्मिया यस्सू मसीह, बहुत वड्डा महापुरख होया, कोई शक नहीं, करामाती सी। तां जदों ये पैदा होया, हुण इत्थे सब तो वड्डी गल है, तरखाना दे घरे पैदा होया। पैदा कास नूं होया? एक कुआरी कन्या नूं। सारे ईसाई इह गल नूं मनदे आ। हुण तुसीं सारे बैठे आ, कोई मन लू भी कुआरी कन्या दे बच्चा हो जू? कोई नहीं ना मनदा। पर जदों ओहदी मां नूं पुछया गया, मेरी सी ओहदी मां दा नाम, भी ये बच्चा
ਉਹ ਕਹਿੰਦੀ ਵੀ ਇਹਨੂੰ ਪੁੱਛ ਲਓ, ਇਹ ਲਿਖਿਆ ਹੁੰਦਾ ਬਾਈਬਲ ਦੇ ਵਿੱਚ। ਤਾਂ ਉਹ ਕਹਿਣ ਲੱਗਾ ਵੀ ਮੈਨੂੰ ਰੱਬ ਨੇ ਭੇਜਿਆ। 32 ਸਾਲ ਦੀ ਉਮਰ ਦੇ ਵਿੱਚ ਯਰੂਸ਼ਲਮ ਦੇ ਵਿੱਚ ਯਿਸੂ ਮਸੀਹ ਨੂੰ ਸਲੀਬ ਤੇ ਸੂਲੀ ਤੇ ਟੰਗਤਾ। 12 ਚੇਲੇ ਹੋਏ ਵੱਡੇ ਉਹਦੇ। ਉਹਨਾਂ 12 ਚੇਲਿਆਂ ਨੇ ਇੰਨਾ ਕੁ ਧਰਮ ਪ੍ਰਚਾਰਿਆ, ਇੰਨਾ ਕੁ ਧਰਮ ਪ੍ਰਚਾਰਿਆ, ਅੱਜ ਦੁਨੀਆ ਵਿੱਚ ਸਭ ਤੋਂ ਵੱਡਾ ਧਰਮ ਈਸਾਈਆਂ ਦਾ। ਮੈਂ ਕਿਹੜੀ ਗੱਲ ਮੇਲ ਲੈਣੀ ਉਹਨਾਂ ਦੀ। ਵੇਖੋ ਉਹਨਾਂ ਨੇ ਇਸ ਗੱਲ ਨੂੰ ਝਠਲਾਇਆ ਨਹੀਂ ਵੀ ਕੁਆਰੀ ਦੇ ਪੇਟੋਂ ਬੱਚਾ ਨਹੀਂ ਪੈਦਾ ਹੋ ਸਕਦਾ। ਤੇ ਆ ਸਾਡੇ ਕੱਲ ਦੇ ਇਕੱਠੇ ਹੋ ਕੇ ਭਾਪੜੇ ਛਾਪੜੇ, ਮੈਂ ਜੇ ਵੱਡੀ ਗੱਲ ਕਹਿ ਦਿਆਂ ਬਾਹਲਾ ਵਿਵਾਦ ਬਣ ਜੂ। ਇਹ ਦਸਮ ਗ੍ਰੰਥ ਤੇ ਗੁਰੂ ਗ੍ਰੰਥ ਸਾਹਿਬ ਤੇ ਇਹਨਾਂ ਤੇ ਬਾਤਾਂ ਕਰ ਰਹੇ ਆ, ਹਜੇ ਸਾਇੰਸ ਦੀਆਂ ਬਾਤਾਂ ਕਰਦੇ ਆ। ਸਭ ਤੋਂ ਵੱਡਾ ਸਾਇੰਟਿਸਟ ਧਰਮ ਈਸਾਈ ਹੈ। ਉਹਨਾਂ ਨੇ ਇਹ ਗੱਲ ਨਹੀਂ ਆਖੀ ਵੀ ਕੁਆਰੀ ਦੇ ਪੇਟੋਂ ਬੱਚਾ ਨਹੀਂ ਜੰਮ ਸਕਦਾ। ਠੀਕ ਆ, ਅਸੀਂ ਮੰਨਦੇ ਆ, ਹਿੰਦੂ ਧਰਮ ਦੇ ਵਿੱਚ ਮੰਨਿਆ ਵੀ ਜਿਹੜਾ ਹਨੂਮਾਨ ਹੈ ਇਹ ਕੁਆਰੀ ਦੇ ਪੇਟੋਂ ਜੰਮਿਆ। ਜੇ ਯਿਸੂ ਮਸੀਹ ਜੰਮ ਸਕਦਾ ਤਾਂ ਹਨੂਮਾਨ ਨੂੰ ਜੰਮਣ ਨੂੰ ਕੀ ਹੁੰਦਾ? ਕਹਿਣ ਦਾ ਭਾਵ ਕੀ ਹੈ? ਜਿਹੜੇ ਲੋਕ ਇਹਦੀ ਨਿੰਦਿਆ ਕਰਦੇ ਆ ਦਸਮ ਗ੍ਰੰਥ ਦੀ, ਜਾਂ ਹੋਰ ਤਾਂ ਛੱਡੋ, 5 ਬਾਣੀਆਂ ਤੇ ਟੀਕਾ ਟਿੱਪਣੀ, ਯਾਨੀ ਜੀ ਪੈਸੇ ਨਹੀਂ, ਅਰਦਾਸ ਤੇ ਟੀਕਾ ਟਿੱਪਣੀ ਹੋ ਰਹੀ ਹੈ ਨਾ। ਤੁਸੀਂ ਇਹਨਾਂ ਗੱਲਾਂ ਵੱਲ ਨਾ ਚੱਲੋ। ਜੇ ਬੁਰਾ ਆਦਮੀ ਬੁਰਾਈ ਨਹੀਂ ਛੱਡਦਾ ਤਾਂ ਅਸੀਂ ਆਪਦੀ ਚੰਗਿਆਈ ਕਿਉਂ ਛੱਡੀਏ? ਜੇ ਔਰੰਗਜ਼ੇਬ ਨੇ ਬੁਰਾਈ ਨਹੀਂ ਛੱਡੀ ਤਾਂ 10ਵੇਂ ਪਾਤਸ਼ਾਹ ਨੇ ਚੰਗਿਆਈ ਨਹੀਂ ਛੱਡੀ। ਜੇ ਕੰਸ ਨੇ ਬੁਰਾਈ ਨਹੀਂ ਛੱਡੀ ਤਾਂ ਕ੍ਰਿਸ਼ਨ ਨੇ ਚੰਗਿਆਈ ਨਹੀਂ ਛੱਡੀ। ਇਹਨਾਂ ਦਾ ਤਾਂ ਕੰਮ ਹੀ ਇਹ ਆ। ਜੋ ਸ੍ਰਿਸ਼ਟੀ ਸਜੀ ਹੈ ਇਹ ਪ੍ਰਮਾਤਮਾ ਵੱਲੋਂ ਹੀ ਸਾਰੀ ਚੀਜ਼ ਡਬਲ ਹੈ। ਜੇ ਦੁੱਖ ਹੈ ਤਾਂ ਸੁੱਖ ਹੈ, ਜੇ ਨਫਾ ਤਾਂ ਨੁਕਸਾਨ ਹੈ। ਜੇ ਰੱਬ ਨੂੰ ਮੰਨਣ ਵਾਲੇ ਆ ਤਾਂ ਰੱਬ ਨੂੰ ਨਿੰਦਣ ਵਾਲੇ ਆ। ਇਹਨਾਂ ਗੱਲਾਂ ਵੱਲ ਜਾਣ ਦੀ ਲੋੜ ਨਹੀਂ। ਇਹ ਸਾਡਾ ਅਮੋਲਕ ਖਜ਼ਾਨਾ ਹੈ, ਇਹਨੂੰ ਪ੍ਰਚਾਰੀ ਚੱਲੋ। ਇੰਨੀਆਂ ਅੰਡ-ਮੰਡ ਬਾਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕੇਵਲ ਤੇ ਕੇਵਲ ਬ੍ਰਹਮ ਦੀ ਕਥਾ ਹੋ ਸਕਦੀ ਹੈ। ਪਰ ਜਿਹੜੇ ਸਾਡੇ ਅੱਜ ਦੇ ਕਥਾਵਾਚਕ ਹੈ ਇਹ ਖਾਨਦਾਨੀ ਨਹੀਂ ਨਾ, ਇਹ ਕਿਸੇ ਸੰਪਰਦਾ ਤੋਂ ਪੜ੍ਹੇ ਨਹੀਂ, ਕਿਸੇ ਸਾਧੂ ਮਹਾਤਮਾ ਦੇ ਕੋਲ ਰਹੇ ਨਹੀਂ, ਝੂਠੇ ਬਰਤਨ ਮਾਂਜੇ ਨਹੀਂ, ਆ ਜਿਹੜੀ ਗਜਾ ਕੀਤੀ ਪਿੰਡ 'ਚ ਮੰਗਣ ਗਏ ਨਹੀਂ। ਇਹਨਾਂ ਨੂੰ ਕਿਤਾਬੀ ਜਿਹੜੇ ਕੀੜਿਆਂ ਨੂੰ ਕੀ ਗਿਆਨ ਹੋਣਾ ਸੀ? ਇਹ ਕਰਦੇ ਆ ਮੁੱਦਿਆਂ ਦੀ ਕਥਾ, ਮੁੱਦਿਆਂ ਦੀ। ਮੈਂ ਅਮਰੀਕਾ ਬੈਠਾ, ਹੁਣ ਆ 7-8 ਜੂਨ ਦੀ ਗੱਲ ਹੈ। ਇੱਕ ਆਦਮੀ ਆਪਣਾ ਆ ਗਿਆ, ਕਹਿੰਦਾ ਬਾਬਾ ਜੀ ਮਾਸ ਖਾਣਾ ਚਾਹੀਦਾ। ਮੈਂ ਕਿਹਾ ਵੀ ਜ਼ਰੂਰ ਖਾਣਾ ਚਾਹੀਦਾ। ਮੈਂ ਕਹਿੰਦਾ ਹੈ ਜੀ। ਮੈਂ ਕਿਹਾ ਵੀ ਤੇਰਾ ਜੀ ਕਰਦਾ? ਜੋ ਤੇਰਾ ਜੀ ਕਰਦਾ ਖਾ। ਫਿਰ ਮੈਨੂੰ ਮੂਹਰੋਂ ਕਹਿੰਦਾ ਮਾਸ ਮਾਸ ਕਰ ਮੂਰਖ ਝਗੜੇ। ਮੇਰਾ ਹਾਸਾ ਨਿਕਲ ਗਿਆ। ਮੈਂ ਕਿਹਾ ਇਹ ਤਾਂ ਸੁਣ ਲਿਆ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਜੀ ਬਦੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਦ ਭਾਈ। ਕਹਿੰਦੇ ਜੀਵਾਂ ਨੂੰ ਮਾਰਨਾ ਕਹਿੰਦੇ ਧਰਮ ਅਨੁਸਾਰ ਜਾਇਜ਼ ਹੈ। ਤਾਂ ਗੁਰੂ ਮਹਾਰਾਜ ਕਹਿੰਦੇ ਫਿਰ ਅਧਰਮ ਕੀ ਹੋਊਗਾ? ਆਪਸ ਕੋ ਮਨਿਵਰ ਕਰ ਥਾਪੋ। ਕਹਿੰਦੇ ਆਪਦੇ ਆਪ ਨੂੰ ਧਰਮ ਦਾ ਠੇਕੇਦਾਰ ਕਹਿੰਦਾ। ਕਾਕੋ ਕਹਿਤ ਕਸਾਈ, ਫਿਰ ਕਸਾਈ ਕੌਣ ਹੋਊਗਾ? जी जो मारे जोर कर कहते हैं जो हलाल, दफ्तर दई जब काढ़ है तब होए वो कमन हवाल। जो सब में एक खदाए कहत हो तो क्यों मुर्गी मारे? इन्हां गल्लां दी कथा क्यों नहीं करते? फिर मैं सारा शब्द गुरु ग्रंथ साहिब दा भाग मंगाया तो जो है ना, इते रस छोड़ होवे सन्यासी। मैं कहा तू तां बातां करदा कल्ले मास दियां। गुरु नानक दी बाणी तां इह कहंदी है कि जिहड़े आ पदार्थ खाना इहदा भी स्वाद छड्ड दे। ए रसना तू अनरस राच रही, तेरी प्यास न जाए, प्यास न जाए होर तो किता जिचर हर रस पल्ले ना पाए। ये तू मैं मास की गल तो बहुत दूर है। वो तो कहते रसा किसा का स्वाद भी छड़ जे। हुण मैं लम्मा ना जावां, इन्हां गल्लां 'च बहुता पैण की लोड़ नहीं। जिहड़ी नेरी है ना, नेरी केरा समान नूं चढ़दी है, मींह पै जांदा सब टिक जांदा। ये सब सतगुरु के हुक्म 'च ही है। देखो इस वक्त मैनू संगत कहना नहीं चाहिए, जे कोई महात्मा अपने सिखां दे विच तां संत ज्ञानी मोहन सिंह जी है, जिहदी 97 वरे की कमाई है। जो वो कह रहे हैं ठीक है तो सानू की लोड़ है कहण दी भी नहीं ठीक है जी। तां गीता दे विच एक श्लोक आउंदा है 23वें अपना 16वें अध्याय का 23वां श्लोक है। कहते जां शास्त्र विधि मत सरंजिया वरते काम कारता। कहते जेड़ा आदमी आपदे ग्रंथां की मर्यादा अनुसार, बजुर्गों की मर्यादा अनुसार नहीं चलता, फिर ओदा परिणाम की निकलदा, ओदा रिजल्ट की निकलदा। जां शास्त्र विधि मत सरंजिया वरते काम कारता।
ਕਹਿੰਦੇ ਨਾ ਸੇ ਸਿੱਧੀ ਮਮਾਪਨੋਤ ਨਾ ਸੁਖੰਗ ਨਾ ਪਰਾਗਤਮ। ਕਹਿੰਦੇ ਨਾ ਕਿਸੇ ਸ਼ਕਤੀ ਨੂੰ ਪ੍ਰਾਪਤ ਹੋਊਗਾ, ਨਾ ਉਹਨੂੰ ਸੁੱਖ ਮਿਲੂਗਾ, ਨਾ ਉਹਦੀ ਕਲਿਆਣ ਹੋਊਗੀ। ਜੇ ਤਿੰਨਾਂ ਗੱਲਾਂ ਤੇ ਕਥਾ ਕਰਨ ਲੱਗ ਜਾਈਏ ਨਾ 3 ਦਿਨ ਲੱਗਦੇ ਆ। ਇਹੀ ਸਾਰੇ ਭਾਲਦੇ ਆਪਾਂ। ਮਹਾਤਮਾ ਬੁੱਧ ਕੋਲੇ ਨਾ ਇੱਕ ਵਿਦਵਾਨ ਆਇਆ, ਬੁੱਧ ਧਰਮ ਪੜ੍ਹਨ ਵਾਲਾ ਸੰਗਤ ਜੀ। ਤਾਂ ਕਹਿਣ ਲੱਗਾ ਜੀ ਮੈਨੂੰ ਸ਼ਾਂਤੀ ਨਹੀਂ, ਮੇਰਾ ਮਨ ਅਸ਼ਾਂਤ ਹੈ। ਤਾਂ ਮਹਾਤਮਾ ਬੁੱਧ ਹੱਸ ਪਏ, ਕਹਿਣ ਲੱਗੇ ਤੂੰ ਧਾਰਮਿਕ ਗ੍ਰੰਥਾਂ ਤੇ ਟੀਕਾ ਟਿੱਪਣੀਆਂ ਕਰਦਾ ਹੈ। ਜਿਹੜੇ ਇਹ ਧਾਰਮਿਕ ਗ੍ਰੰਥ ਆ, ਬੁੱਧ ਧਰਮ ਦੀ ਕਥਾ ਹੈ, ਕਹਿੰਦੇ ਜਿਹੜੇ ਇਹ ਧਾਰਮਿਕ ਗ੍ਰੰਥ ਆ ਨਾ, ਇਹ ਬਹੁਤ ਪੱਪ ਤੋਂ ਬਾਅਦ ਹੋਂਦ ਚ ਆਉਂਦੇ ਆ। ਤੂੰ ਇਹਨਾਂ ਤੇ ਟੀਕਾ ਟਿੱਪਣੀ ਨਾ ਕਰਿਆ ਕਰ, ਤੇਰਾ ਮਨ ਸ਼ਾਂਤ ਹੋ ਜੂ। ਇਹਨਾਂ ਤਾਂ ਸੰਗਤ ਜੀ ਆਪਦਾ ਮਨ ਸ਼ਾਂਤ ਨਹੀਂ, ਸਾਡਾ ਮਨ ਸ਼ਾਂਤ ਕਿੱਥੇ ਕਰ ਦੇਣਗੇ। ਆ ਕੈਨੇਡਾ ਅਮਰੀਕਾ ਜਾ ਕੇ ਹੋਰ ਕੀ ਹੈ, ਜੇ ਕੋਈ ਵੇਂਦਾ ਵੀ ਇੱਥੇ ਖਾਲਿਸਤਾਨੀ ਹੈ ਤਾਂ ਖਾਲਿਸਤਾਨ ਦਾ ਮੁੱਦਾ ਚੱਕ ਦਿਓ, ਡਾਲਰ ਆਉਣਗੇ। ਜੇ ਵੇਖਿਆ ਮਾਸ ਖਾਣ ਵਾਲੇ ਆ ਤਾਂ ਮਾਸ ਖਾਣ ਦਾ ਮੁੱਦਾ ਚੱਕ ਦਿਓ। ਇਹ ਮੁੱਦਿਆਂ ਦੀ ਕਥਾ, ਇਹ ਸਾਡੇ ਮਨ ਨੂੰ ਸ਼ਾਂਤੀ ਦੇਣ ਵਾਲੀ ਕਥਾ ਨਹੀਂ। ਜੇ ਭਾਈ ਸ਼ਾਂਤੀ ਲੈਣੀ ਹੈ, ਮੇਰਾ ਟਾਈਮ ਵੀ ਹੋ ਗਿਆ ਹੋਊ, ਤਾਂ ਗੁਰੂ ਮਹਾਰਾਜ ਦੀ ਬਾਣੀ ਤੇ ਅਮਲ ਕਰ ਲੋ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੈ ਸਾਧੂ ਸੰਗ। ਜਿਉਂ ਜਿਉਂ ਉਹ ਵਧਾਈ ਹੈ, ਤਿਉਂ ਤਿਉਂ ਹਰਸ਼ੋ ਰੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੇ ਖਾਲਸਾ ਜੀ, ਸਾਹਿਬੇ ਕਮਾਲ ਪੁੱਤਰਾਂ ਦੇ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਗੁਰਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸੰਗਤ ਜੀ, ਅਕਾਲ ਪੁਰਖ ਵਾਹਿਗੁਰੂ ਜੀ ਨੇ ਬੇਅੰਤ ਹੀ ਰਹਿਮਤ ਕਿਰਪਾ ਬਖਸ਼ਿਸ਼ ਕੀਤੀ ਆਪਣੇ ਤੇ। ਸਮਰੱਥ ਪਿਤਾ ਜੀ ਨੇ ਬੇਅੰਤ ਹੀ ਦਇਆ ਕਰਦਿਆਂ ਹੋਇਆ ਸਤਿਕਾਰਯੋਗ ਸੰਤ ਗਿਆਨੀ ਹਰਭਜਨ ਸਿੰਘ ਜੀ, ਉਹਨਾਂ ਦੇ ਸੀਸ ਦੇ ਉੱਪਰ ਮਿਹਰ ਦਾ ਭਰਿਆ ਹੱਥ ਰੱਖ ਕਰਕੇ ਆਪ ਜੀ ਨੇ ਜੋ 10ਵੇਂ ਸਰੂਪ ਦੇ ਵਿੱਚ ਆਪਣੀ ਪਾਵਨ ਰਸਨਾ ਦੇ ਵਿੱਚੋਂ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਤੇ ਸਾਨੂੰ ਸੰਤ ਬਣਾਉਣ ਦੇ ਲਈ, ਜਿੱਥੇ ਸਤਿਗੁਰੂ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਔਰ ਪੰਚਮ ਸਰੂਪ ਫਿਰ 9ਵੇਂ ਪਾਤਸ਼ਾਹ ਜੀ ਦੇ ਪਾਵਨ ਬਾਣੀ ਉਚਾਰਨ ਕੀਤੀ, ਉਹ ਪਾਵਨ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖ ਨੂੰ ਸੰਤ ਬਣਾਉਂਦੀ ਹੈ। ਔਰ ਸਿੱਖ ਨੂੰ ਮਾਲਾ ਦੀ ਰਾਖੀ ਕਰਨ ਦੇ ਲਈ ਬੰਦਗੀ ਕਰਦਿਆਂ ਹੋਇਆਂ, ਸਿਮਰਨ ਕਰਦਿਆਂ ਹੋਇਆਂ, ਜੇ ਕੋਈ ਸ਼ੈਤਾਨ ਲੋਕ, ਨਾਸਤਿਕ ਲੋਕ ਸਿਮਰਨ ਭਜਨ ਕਰਦਿਆਂ ਹੋਇਆਂ ਆ ਕਰਕੇ ਤੰਗ ਕਰਨ, ਜਿਵੇਂ ਪੁਰਾਤਨ ਗ੍ਰੰਥਾਂ ਦੇ ਵਿੱਚ ਆਪਾਂ ਪੜ੍ਹਦੇ ਹਾਂ ਕਿ ਪਿਛਲੇ ਸਮਿਆਂ ਦੇ ਵਿੱਚ ਜੱਗ ਕੀਤੇ ਜਾਂਦੇ ਸਨ ਔਰ ਜੱਗ ਦੇ ਵਿੱਚ ਵਿਘਨ ਪਾਉਣ ਦੇ ਲਈ ਰਾਖਸ਼ ਆਉਂਦੇ ਸੀ, ਤੇ ਫਿਰ ਰਾਖਸ਼ਾਂ ਤੋਂ ਰਾਖੀ ਕਰਨ ਦੇ ਲਈ ਜਿਹੜੇ ਸਾਧੂ ਸਨ ਉਹ ਉਸ ਸਮੇਂ ਦੇਵੀ ਦੇਵਤਿਆਂ ਦੀ ਅਰਾਧਨਾ ਕਰਦੇ ਤਾਂ ਉਹ ਆ ਕਰਕੇ ਰਾਖੀ ਕਰਦੇ ਸੀ। ਚੋਜੀ ਪ੍ਰੀਤਮ ਜੀ ਨੇ ਖਾਲਸੇ ਨੂੰ ਆਪਣੇ ਤੇ ਨਿਰਭਰ ਕਰਦਿਆਂ ਹੋਇਆਂ ਆਪਣੀ ਸਵੈ ਰਾਖੀ ਕਰਨ ਦੇ ਲਈ, ਗਰੀਬਨਵਾਜ ਜੀ ਨੇ ਜਿੱਥੇ ਪਾਵਨ ਗੁਰਬਾਣੀ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਲਿਆਣਕਾਰੀ ਪਾਵਨ ਬਾਣੀ ਉਚਾਰਨ ਕਰਕੇ ਖਾਲਸੇ ਨੂੰ ਸੰਤ ਦੀ ਪਦਵੀ ਦੇ ਉੱਪਰ ਸ਼ੁਭ ਗੁਣਾਂ ਦੇ ਨਾਲ ਸ੍ਰੇਸ਼ਟ ਕਰਕੇ, ਭਰਪੂਰ ਕਰਕੇ ਔਰ ਮਨ ਨੂੰ ਸ਼ਾਂਤੀ ਦੇਣ ਦੇ ਲਈ, ਪੂਰਨ ਅਵਸਥਾ ਦੇ ਵਿੱਚ ਟਿਕਣ ਦੇ ਲਈ ਉਪਦੇਸ਼ ਬਖਸ਼ਿਸ਼ ਕੀਤਾ ਹੈ। ਉੱਥੇ ਪਰਮ ਕਿਰਪਾਲੂ ਦਾਤਾਰ ਪਿਤਾ ਜੀ ਨੇ ਬੇਅੰਤ ਹੀ ਰਹਿਮਤ ਕਰਦਿਆਂ ਹੋਇਆਂ ਆਪਣੀ ਸਵੈ ਰਾਖੀ ਦੇ ਲਈ 10ਵੇਂ ਸਰੂਪ ਦੇ ਵਿੱਚ ਜਾ ਕਰਕੇ ਖਾਲਸੇ ਨੂੰ ਸੰਤ ਬਣਾਉਣ ਦੇ ਲਈ ਕਿ ਕਿਤੇ ਮਾਲਾ ਫੇਰਦਿਆਂ ਹੋਇਆਂ ਇਸ ਦੇ ਕੋਲੋਂ ਸ਼ੈਤਾਨ ਲੋਕ ਆ ਕਰਕੇ ਮਾਲਾ ਖੋਹ ਨਾ ਲੈਣ, ਔਰ ਗੁਰਮੁਖ ਪਿਆਰੇ ਉੱਥੇ 10ਵੇਂ ਦੀ ਪਾਵਨ ਬਾਣੀ ਉਚਾਰਨ ਕਰਕੇ ਸਤਿਗੁਰੂ ਜੀ ਨੇ ਖਾਲਸੇ ਨੂੰ ਸਿਪਾਹੀ ਬਣਾਇਆ ਹੈ।
ਧਨ ਜੀਓ ਤਿਹ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੈ। ਇਹ ਸਤਿਗੁਰੂ ਜੀ ਨੇ ਸਿਧਾਂਤ ਬਖਸ਼ਿਸ਼ ਕੀਤੇ ਹਨ। ਗਰੀਬ ਨਵਾਜ ਦਾ ਤਾਰ ਪਿਤਾ ਜੀ ਨੇ ਬੇਅੰਤ ਹੀ ਰਹਿਮਤ ਕਰਦਿਆਂ ਹੋਇਆਂ, ਬਖਸ਼ਿਸ਼ ਕਰਦਿਆਂ ਹੋਇਆਂ ਉਹ ਪਾਵਨ ਗੁਰਬਾਣੀ ਦੀ ਕਥਾ ਸਤਿਕਾਰਯੋਗ ਗਿਆਨੀ ਹਰਭਜਨ ਸਿੰਘ ਜੀ ਉਹਨਾਂ ਦੇ ਸੀਸ ਤੇ ਮਿਹਰ ਦਾ ਭਰਿਆ ਹੱਥ ਰੱਖ ਕੇ ਬੇਅੰਤ ਹੀ ਰਹਿਮਤਾਂ ਕਰਕੇ ਆਪਣੀ ਕਲਾ ਵਰਤਾ ਕਰਕੇ ਉਹ ਪਾਵਨ ਗੁਰਬਾਣੀ ਦੀ ਸੰਪੂਰਨ ਕਥਾ ਕਰਵਾਈ ਹੈ। ਮਿਹਰਬਾਨ ਪਾਤਸ਼ਾਹ ਜੀ ਦਾ ਮਨ ਵਚਨ ਕਰਮ ਕਰਕੇ, ਸਵਾਸ ਸਵਾਸ ਕਰਕੇ, ਰੋਮ ਰੋਮ ਕਰਕੇ ਕੋਟਾਨ ਕੋਟ 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 ਵਾਰ ਸ਼ੁਕਰ ਹੈ ਜਿਨ੍ਹਾਂ ਨੇ ਇੰਨੀ ਅਪਾਰ ਬਖਸ਼ਿਸ਼ ਕੀਤੀ ਹੈ। ਔਰ ਸਾਡੇ ਜੀਵਾਂ ਦੇ ਉਧਾਰ ਵਾਸਤੇ ਉਹਨਾਂ ਦੀ ਬੁੱਧ ਨੂੰ ਪ੍ਰੇਰਿਤ ਕਰਕੇ ਉਸ ਪਾਵਨ ਗੁਰਬਾਣੀ ਦੀ ਸਾਰੀ ਕਥਾ ਰਿਕਾਰਡ ਵੀ ਸਤਿਗੁਰੂ ਜੀ ਨੇ ਰਹਿਮਤ ਕਰਕੇ ਕਰਵਾਈ ਹੈ। ਸੋ ਗੁਰਮੁਖ ਪਿਆਰਿਓ, ਲੋੜ ਹੈ ਅੱਜ ਸਾਨੂੰ ਦਾਤਾਰ ਪਿਤਾ ਜੀ ਦੀ ਪਾਵਨ ਬਾਣੀ ਪੜ੍ਹਨ ਦੀ ਔਰ ਪਾਵਨ ਬਾਣੀ ਦੀ ਵਿਚਾਰ ਕਰਨ ਦੀ। ਜੋ ਬਦਨੀ ਵਾਲੇ ਮਹਾਂਪੁਰਸ਼ਾਂ ਨੇ ਬਚਨ ਕੀਤੇ ਹਨ, ਬਾਦ ਬਬਾਦ ਕਾਹੂ ਸਿਉ ਨਾ ਕੀਜੈ, ਰਸਨਾ ਰਾਮ ਰਸਾਇਣ ਪੀਜੈ। ਇਸ ਬਚਨਾਂ ਦੇ ਧਾਰਨੀ ਹੋ ਜਾਈਏ ਤੇ ਜਦੋਂ ਖਾਲਸੇ ਦਾ ਆਦਰਸ਼ਕ ਜੀਵਨ ਹੋ ਗਿਆ, ਉੱਚਾ ਸੁੱਚਾ ਸਾਡਾ ਜੀਵਨ ਹੋ ਗਿਆ, ਆਤਮਿਕ ਤੌਰ ਤੇ ਅਸੀਂ ਬਲਵਾਨ ਹੋ ਗਏ, ਤਾਂ ਕਿਸੇ ਦੀ ਜੁਰਤ ਤੇ ਤਾਕਤ ਨਹੀਂ ਜਿਹੜਾ ਤੁਹਾਡੇ ਸਾਹਮਣੇ ਆ ਕਰਕੇ ਕੋਈ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਉੱਪਰ ਕਿੰਤੂ ਪ੍ਰੰਤੂ ਕਰ ਦੇਵੇ। ਕਿੰਤੂ ਪ੍ਰੰਤੂ ਉਦੋਂ ਹੁੰਦੇ ਹਨ ਜਦ ਸਾਡੀ ਆਤਮਾ ਕਮਜ਼ੋਰ ਹੁੰਦੀ ਹੈ ਔਰ ਸਵਾਲ ਕਰਨ ਵਾਲੇ ਨੂੰ ਪਤਾ ਵੀ ਇਸ ਆਤਮਾ ਦੇ ਵਿੱਚ ਇੰਨਾ ਕੁ ਬਲ ਆ ਬਈ ਜੇ ਮੈਂ ਕਿੰਤੂ ਪ੍ਰੰਤੂ ਕਰ ਵੀ ਦਿੱਤਾ, ਇਹ ਦੋ ਚਾਰ ਮੇਰੇ ਨਾਲ ਲਫ਼ਜ਼ ਕਰਕੇ ਵਿਚਾਰ ਵਟਾਂਦਰੇ ਦੀ ਕੰਨੀ ਵੱਟ ਜਾਵੇਗਾ। ਤੇ ਜਿੱਥੇ ਪਿਤਾ ਵੀ ਦਸ਼ਮੇਸ਼ ਪਿਤਾ ਗਰੀਬ ਨਵਾਜ ਦਾ ਤਾਰ ਪਿਤਾ ਜੀ ਨੂੰ ਪੂਰਨ ਤੌਰ ਤੇ ਸਮਰਪਿਤ ਸਿੰਘ ਹੈ, ਉਥੇ ਗੁਰੂ ਕੇ ਪਿਆਰਿਓ ਇਹ ਵੀ ਵਾਦ ਵਿਵਾਦ ਨਹੀਂ ਕਰਦੇ। ਜਿਵੇਂ ਮਹਾਂਪੁਰਸ਼ਾਂ ਨੇ ਬਦਨੀ ਵਾਲਿਆਂ ਨੇ ਕਿਹਾ, ਦਾਸ ਵੀ ਵਿਦੇਸ਼ਾਂ ਦੇ ਵਿੱਚ ਵਿਚਰਦਿਆਂ ਹੋਇਆਂ ਇਸ ਗੱਲ ਦਾ ਚੰਗੀ ਤਰ੍ਹਾਂ ਮੈਂ ਰਿਜ਼ਲਟ ਕੱਢਿਆ ਵੀ ਜਦੋਂ ਇਹਨਾਂ ਨੂੰ ਪਤਾ ਹੋਵੇ ਵੀ ਇੱਥੇ ਪ੍ਰਸ਼ਨ ਦਾ ਜਿਹੜਾ ਉੱਤਰਾ ਉਹ ਘੁਸੁਣਨ ਦੇ ਨਾਲ ਮਿਲਦਾ, ਉੱਥੇ ਫਿਰ ਇਹ ਸਵਾਲ ਨਹੀਂ ਕਰਦੇ, ਹੱਥ ਜੋੜ ਕੇ ਪੁੱਛੀ ਜਾਣਗੇ, ਮਹਾਰਾਜ ਇਹਦਾ ਅਰਥ ਕੀ ਬਣਦਾ, ਇਹਦਾ ਅਰਥ ਕੀ ਬਣਦਾ। ਇੱਕ ਇੱਕ ਸ਼ਬਦ ਦਾ ਅਰਥ ਪੁੱਛਦੇ ਰਹਿੰਦੇ ਹਨ ਤੇ ਵਾਦ ਵਿਵਾਦ ਉਦੋਂ ਕਰਦੇ ਨੇ ਜਦੋਂ ਸਾਡੇ ਸਿੰਘ ਥੋੜ੍ਹੀ ਜਿਹੀ ਕਮਜ਼ੋਰੀ ਵਰਤ ਜਾਂਦੇ ਨੇ। ਜਦੋਂ ਕੋਈ ਗੱਲਬਾਤ ਹੁੰਦੀ ਆ ਉਸ ਨੂੰ ਚਰਚਾ ਦਾ ਵਿਸ਼ਾ ਬਣਾ ਲੈਂਦੇ ਹਨ। ਜੇ ਵਿਚਾਰ ਕਰਨ ਤੋਂ ਪਹਿਲਾਂ ਹੀ ਆਪਾਂ ਪੁੱਛ ਲਈਏ ਵੀ ਗੁਰਮੁਖਾ ਤੇਰਾ ਸਿਧਾਂਤ ਕੀ ਆ, ਜੇ ਤਾਂ ਸਤਿਗੁਰਾਂ ਨੂੰ ਸਮਰਪਿਤ ਆ ਤਾਂ ਵਿਚਾਰ ਵਟਾਂਦਰਾ ਕਰ ਲੈਂਦੇ ਆ, ਜੇ ਤੂੰ ਸਤਿਗੁਰਾਂ ਦੀ ਹੋਂਦ ਤੋਂ ਤੇ ਸਤਿਗੁਰਾਂ ਦੀ ਬਖਸ਼ਿਸ਼ ਤੋਂ ਮੁਨਕਰ ਆ ਤੇ ਫਿਰ ਆਪਾਂ ਦੂਜਾ ਵਿਚਾਰ ਵਟਾਂਦਰਾ ਕਰ ਲੈਂਦੇ ਆ। ਕਿਉਂਕਿ ਵਿਚਾਰ ਕਰਨ ਦੀ ਉੱਥੇ ਲੋੜ ਹੁੰਦੀ ਆ ਜਿਹੜਾ ਮਨੁੱਖ ਭੁਲੇਖੇ ਦੇ ਵਿੱਚ ਪੈ ਗਿਆ ਹੋਵੇ, ਬੰਦਗੀ ਕਰਦਾ ਹੋਵੇ, ਸਿਮਰਨ ਕਰਦਾ ਹੋਵੇ, ਬਾਣੀ ਪੜ੍ਹਦਾ ਹੋਵੇ, ਪਰ ਬਾਣੀ ਪੜ੍ਹਦਿਆਂ ਹੋਇਆਂ ਕੁਝ ਸ਼ੰਕਾ ਮਨ ਦੇ ਵਿੱਚ ਪੈਦਾ ਹੋ ਗਿਆ, ਉੱਥੇ ਵਿਚਾਰ ਵਟਾਂਦਰੇ ਦਾ ਲਾਭ ਹੁੰਦਾ। ਤੇ ਉਹ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਵੀ ਬਖਸ਼ਿਆ ਕਿ ਖਾਲਸੇ ਨੇ ਬੈਠ ਕੇ ਵਿਚਾਰ ਵਟਾਂਦਰਾ ਕਰਨਾ। ਤੇ ਗੁਰਮੁਖੋ ਜਿਨ੍ਹਾਂ ਨੇ ਮਿਥੀ ਇਹ ਲਿਆ ਹੋਵੇ ਵੀ ਅਸੀਂ ਵਿਚਾਰ ਵਟਾਂਦਰਾ ਤਾਂ ਕਰਨਾ ਨਹੀਂ, ਨਾ ਬੰਦਗੀ ਕਰਨੀ ਹੈ, ਨਾ ਸਿਮਰਨ ਕਰਨਾ, ਉਹਨਾਂ ਦੇ ਕਿਹੜਾ ਆਤਮਿਕ ਤੌਰ ਤੇ ਕੋਈ ਬਹੁਤ ਵੱਡੀ ਪ੍ਰਾਪਤੀ ਦੇ ਵਿੱਚ ਵਿਘਨ ਪੈਂਦਾ ਬਈ ਉਹਨਾਂ ਦੀ ਅਵਸਥਾ ਜਾਂਦਿਆਂ ਜਾਂਦਿਆਂ ਰੁਕ ਗਈ ਤੇ ਉਹਨਾਂ ਨੂੰ ਹੁਣ ਕੋਈ ਸਵਾਲ ਦੀ ਲੋੜ ਪੈ ਗਈ, ਵਿਚਾਰ ਵਟਾਂਦਰੇ ਦੀ ਲੋੜ ਪੈ ਗਈ। ਉਹਨਾਂ ਦਾ ਤਾਂ ਕੰਮ ਹੀ ਇੰਨਾ ਕਾ। ਆ ਪਿੱਛੇ ਜੇ ਇੱਕ ਪ੍ਰਚਾਰ ਨੂੰ ਇੰਗਲੈਂਡ ਦੇ ਵਿੱਚ ਸਿੰਘਾਂ ਨੇ ਰੂਮ ਦੇ ਵਿੱਚ ਬਾੜ ਕੇ ਪੁੱਛਿਆ ਸੀ ਵੀ ਤੁਸੀਂ ਕਿੰਤੂ ਪ੍ਰੰਤੂ ਕਿਉਂ ਕਰਦੇ ਹੋ। ਉਸ ਸੱਜਣ ਨੇ ਸਿੰਘਾਂ ਦੇ ਵਿੱਚ ਇਹ ਗੱਲ ਜ਼ਾਹਰ ਤੌਰ ਤੇ ਮੰਨੀ ਸੀ ਕਿ 1 ਮਹੀਨੇ ਦਾ 18,000 ਰੁਪਈਆ ਮੇਰੇ ਅਕਾਊਂਟ ਦੇ ਵਿੱਚ ਪੈਂਦਾ, ਔਰ ਪੈਂਦਾ ਕਿੱਥੋਂ ਆ ਇਸ ਦੇ ਬਾਰੇ ਵੀ ਉਹਨੇ ਥੋੜ੍ਹਾ ਜਿਹਾ ਖੁਲਾਸਾ ਕੀਤਾ ਸੀ। ਸੋ ਸਤਿਗੁਰੂ ਕਿਰਪਾ ਕਰਨ, ਇਸ ਤਰ੍ਹਾਂ ਦੀਆਂ ਜਿਹੜੀਆਂ ਪੰਥ ਨੂੰ ਢਾਹ ਲਾਉਣ ਵਾਲੀਆਂ ਬੇਅੰਤ ਹੀ ਏਜੰਸੀਆਂ ਲੱਗੀਆਂ ਹੋਈਆਂ ਨੇ, ਆਪਾਂ ਸਤਿਗੁਰਾਂ ਦੇ ਚਰਨਾਂ ਦਾ ਆਸਰਾ ਲੈ ਕੇ ਅਡੋਲ ਹੋ ਕਰਕੇ ਹਾਥੀ ਦੀ ਚਾਲ ਚੱਲਦੇ ਰਹੀਏ, ਸਤਿਗੁਰੂ ਜੀ ਦੇ ਪਾਵਨ ਚਰਨਾਂ ਦੇ ਵਿੱਚ ਸਮਰਪਿਤ ਰਹੀਏ, ਬਾਣੀ ਤੇ ਬਾਣੇ ਦੇ ਧਾਰਨੀ ਬਣ ਜਾਈਏ, ਪੂਰਨ ਤੌਰ ਤੇ ਸਤਿਗੁਰਾਂ ਨੂੰ ਸਮਰਪਿਤ ਹੋਈਏ, ਆਪਣੇ ਹਉਮੈ ਤੇ ਹੰਕਾਰ ਨੂੰ ਛੱਡ ਕੇ
ਗਰੀਬਨਵਾਜ ਦਾ ਤਾਰ ਪਿਤਾ ਜੀ ਦੀ ਪਾਵਨ ਬਖਸ਼ਿਸ਼ ਕੀਤੀ ਹੋਈ ਬਾਣੀ ਦੇ ਆਧਾਰ ਤੇ ਉਪਦੇਸ਼ ਤੇ ਚੱਲੀਏ, ਜਿਹਦਾ ਕਰਕੇ ਸਤਿਗੁਰੂ ਜੀ ਰਹਿਮਤ ਕਰਕੇ, ਤਰਸ ਕਰਕੇ, ਬਖਸ਼ਿਸ਼ ਕਰਕੇ ਆਇਆ ਸਫਲਤਾਹੂ ਕਾ ਗਣੀਐ, ਜਾਸ ਰਸਨ ਹਰ ਹਰ ਜਸ ਭਣੀਐ, ਆਏ ਬਸੈ ਸਾਧੂ ਕੈ ਸੰਗੇ, ਆਂਦਨ ਨਾਮ ਧਿਆਵੈ ਰੰਗੇ, ਸਫਲ 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 ਭਈ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ ਦੀ ਬਖਸ਼ਿਸ਼ ਵੀ ਹੋ ਜਾਵੇ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਆਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੋ ਆਪਾਂ ਨਾਲ ਬੰਦਗੀ ਦੀ ਕਮਾਈ ਕਰੀਏ, ਸਿਮਰਨ ਦੀ ਕਮਾਈ ਕਰੀਏ, ਵੱਧ ਤੋਂ ਵੱਧ ਮੂਲ ਮੰਤਰ ਗੁਰਮੰਤਰ ਦੇ ਅਭਿਆਸ ਕਰੀਏ, ਜਿਹਦਾ ਕਰਕੇ ਸਤਿਗੁਰਾਂ ਦੀਆਂ ਰਹਿਮਤਾਂ ਤੇ ਬਖਸ਼ਿਸ਼ਾਂ ਹੋਣ। ਦਾਸ ਵਿਦਵਾਨ ਤਾਂ ਹੈ ਨਹੀਂ, ਕੇਵਲ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਇਹਨਾਂ ਮਹਾਂਪੁਰਸ਼ਾਂ ਨੇ ਹੀ, ਸਤਿਗੁਰਾਂ ਨੇ ਰਹਿਮਤ ਦਾ ਭਰਿਆ ਹੱਥ ਰੱਖ ਕੇ ਇਹਨਾਂ ਦੇ ਰਾਹੀਂ ਬਖਸ਼ਿਸ਼ ਕੀਤੀ ਆ। ਪਰ ਇਹਨਾਂ ਮਹਾਂਪੁਰਸ਼ਾਂ ਦਾ ਪਿਆਰ ਮੈਨੂੰ ਖੜਾ ਤਾਂ ਕਰ ਦਿੱਤਾ, ਪਰ ਆਉਂਦਾ ਕੁਛ ਨਹੀਂ। ਸਮੁੱਚੀ ਸੰਗਤ ਨੇ ਕਿਰਪਾ ਦਾ ਹੱਥ ਰੱਖਣਾ, ਮਿਹਰ ਦਾ ਭਰਿਆ ਹੱਥ ਰੱਖਿਓ, ਅਰਦਾਸ ਕਰਿਓ ਸਤਿਗੁਰਾਂ ਦੇ ਚਰਨਾਂ ਦੇ ਨਾਲ ਅਖੀਰਲੇ ਸਵਾਸਾਂ ਤੱਕ ਨਿਭ ਜਾਵੇ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਨੀ ਜੀ। ਦਾਤਾਰ ਪਿਤਾ ਰਹਿਮਤ ਕਰਕੇ ਬਖਸ਼ਿਸ਼ ਕਰਕੇ ਸਮੁੱਚੇ ਪੰਥ ਦੇ ਵਿੱਚ ਏਕਤਾ ਤੇ ਪਿਆਰ ਦੀ ਦਾਤ ਬਖਸ਼ਿਸ਼ ਕਰਨ ਜੀ। ਬੁਲਾਈ ਹੋਈ ਨਿਮਰਤਾ ਸਹਿਤ ਗੁਰਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਾਬਾ ਕੁਲਦੀਪ ਸਿੰਘ ਜੀ ਸਹਿਣੇ ਵਾਲੇ, ਜਿਨ੍ਹਾਂ ਨੇ ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ ਬਾਰੇ ਆਪ ਜੀ ਨਾਲ ਵਿਚਾਰਾਂ